ਇਹ ਤਾਂ ਉਹ ਅਫਰਾ ਤਫਰੀ ਕਾਮਰੇਡ ਫਲਾਉਣਾ ਚਾਹੁੰਦੇ ਆ। ਇਹ ਡਰ ਹੈ ਕਿ ਜੇਕਰ ਇੱਕ ਵਾਰ ਕਿਸਾਨਾਂ ਦੀ ਮੰਨ ਲਈ ਤਾਂ ਬਾਕੀ ਵੀ ਉੱਠ ਜਾਣਗੇ। ਅਰੇ ਇਹ ਵੀ ਨਹੀਂ ਰੱਦ ਹੋਣਾ, ਡਰ ਕਾਹਦਾ ਹੋਣਾ ਸਾਨੂੰ। ਬੀਜੇਪੀ ਦਾ ਵਿਰੋਧ ਕਰੋ ਤਾਂ ਵੋਟ ਕਿਹਨੂੰ ਕਹਿੰਦੇ? ਮਮਤਾ ਨੂੰ ਕਹਿੰਦੇ ਪਾਉਣ ਨੂੰ ਜਾਂ ਆਪਦੇ ਲੈਫਟਿਸਟਾਂ ਨੂੰ ਕਹਿੰਦੇ? ਇਹ ਤਾਂ ਨਹੀਂ ਕਹਿੰਦੇ ਜਿਹਨੂੰ ਮਰਜ਼ੀ ਪਾ ਦਿਓ, ਕਹਿੰਦੇ ਬਸ ਬੀਜੇਪੀ ਨੂੰ। ਹੋਰ ਉੱਥੇ ਹੈ ਕੌਣ? ਕਮਿਊਨਿਸਟ ਨੇ, ਉਹ ਮਰ ਗਈ ਜਮਾਤ, ਉੱਥੇ ਮਰ ਗਏ ਕਾਮਰੇਡ। ਤੁਸੀਂ ਇੱਥੇ ਹੋ ਜੀ, ਦਿੱਲੀ ਕਦੋਂ ਜਾ ਰਹੇ ਹੋ ਜੀ? ਕਦੋਂ ਡੈਡਲੋਕ ਟੁੱਟੇਗਾ ਜੀ? ਕੋਈ ਅਜਿਹੀ ਜਾਣਕਾਰੀ ਕਦੋਂ ਆਊਗੀ? ਦਿਲ ਵੱਡਾ ਹੀ ਦਿਖਾ ਦਿਓ ਨਾ, ਰੱਦ ਕਰ ਦੇਣੇ ਚਾਹੀਦੇ ਆ ਜੇ ਲੋਕਾਂ ਨੂੰ ਪਸੰਦ। ਰੱਦ ਨਹੀਂ ਹੋਣੇ, ਇਹ ਨਹੀਂ ਹੋਣੇ। ਬੀਜੇਪੀ ਕਹਿੰਦੇ ਕਿ ਸਾਡਾ ਦਿਲ ਬਹੁਤ ਵੱਡਾ ਹੈ, ਨਰਿੰਦਰ ਮੋਦੀ ਸਾਹਿਬ ਕਹਿੰਦੇ ਕਿ ਸਾਡਾ ਦਿਲ ਬਹੁਤ ਵੱਡਾ ਹੈ। ਦੇਖੋ, ਵਿਵਸਥਾ ਚਲਾਉਣ ਲਈ ਕਾਨੂੰਨ ਜ਼ਰੂਰੀ ਹੁੰਦੇ ਆ। ਅਸੀਂ ਤਾਂ ਕਹਿ ਕੇ ਲਿਆਏ ਸੀ ਕਿ ਅਸੀਂ ਕਾਨੂੰਨ ਰੱਦ ਕਰਾ ਕੇ ਲਿਆਵਾਂਗੇ, ਲੋਕਾਂ ਨੂੰ ਕਹਿ ਕੇ ਆਏ ਸੀ। ਹੁਣ ਲੋਕਾਂ ਨੇ ਸਾਡੀ ਗੱਲ ਨਹੀਂ ਮੰਨਣੀ, ਸਾਨੂੰ ਮਾਰ ਦੇਣਗੇ। ਬਈ ਇਹ ਤੁਹਾਡੀ ਕਮਜ਼ੋਰੀ ਹੈ, ਤੁਸੀਂ ਝੂਠ ਬੋਲ ਕੇ ਲੋਕਾਂ ਨੂੰ ਲੈ ਆਏ। ਹੁਣ ਤਾਂ ਹੀ ਤਾਂ ਲੱਖੇ ਸਿਧਾਣੇ ਨੂੰ ਨਾਲ ਲਿਆ, ਕਿਉਂਕਿ ਉਹਦੇ ਨਾਲ ਯੂਥ ਜ਼ਿਆਦਾ ਹੈਗਾ ਤੇ ਇਹ ਸੋਚਦੇ ਕਿ ਸਾਨੂੰ ਕੁੱਟ-ਕੁੱਟ ਨਾ ਮਾਰ ਦੇਣ, ਉਹਨੂੰ ਕਹਿਣਗੇ ਕਿਸ ਤਰ੍ਹਾਂ ਸਾਡੀ ਜਾਨ ਬਚਾ। ਇਹ ਤਾਂ ਹਮਲੇ ਕਰਾਉਂਦੇ ਆ। ਜਗਜੀਤ ਸਿੰਘ ਟੱਲੇਵਾਲ ਦੇ ਉਹ ਸਿੱਧੂਪੁਰ ਵਾਲਿਆਂ ਨੇ ਸਾਡੇ ਐਮਐਲਏ ਤੇ ਉੱਥੇ ਹਮਲਾ ਕੀਤਾ, ਉਸ ਤੋਂ ਬਾਅਦ ਮੈਨੂੰ ਧਮਕੀਆਂ ਦੇ ਰਹੇ ਨੇ। ਇਹ ਗੁੰਡਾਗਰਦੀ ਹੈ ਕੋਈ? 11 ਵਾਰ 7-7 ਘੰਟੇ ਬੈਠ ਕੇ ਹੋਇਆ, ਬਾਹਰ ਆ ਕੇ ਸਹੀ ਗੱਲਾਂ ਨਹੀਂ ਦੱਸਦੇ, ਇਹ ਲੋਕਾਂ ਕੋਲ ਝੂਠ ਬੋਲਦੇ ਆ। ਉਹ ਤਾਂ ਭਾਲੇ ਨਹੀਂ ਲੱਭਣੇ, ਲੋਕਾਂ ਨੇ ਉਹਨਾਂ ਨੂੰ ਵੀ ਲੱਭ ਕੇ ਬਾਹਰ ਕੱਢਣਾ ਕਿ ਗੁਰਦੁਆਰਿਆਂ 'ਚ ਤੁਹਾਨੂੰ ਇਸ ਵਾਸਤੇ ਬਿਠਾਇਆ ਗੁੰਡਾਗਰਦੀ ਕਰਨ ਨੂੰ। ਇਹ ਤਾਂ ਕਿਤੇ ਨੇੜੇ ਤੇੜੇ ਨਹੀਂ ਦਿਖਾਈ ਦੇਣੇ ਇਲਾਕਿਆਂ ਦੇ। ਇਹਨਾਂ ਦੇ ਬਹੁਤ ਮਾਰ ਪੈਣੀ ਆ, ਕਿਸਾਨਾਂ ਨੇ ਕੁੱਟਣੇ ਆ। ਕਿਸਾਨ ਆਗੂ ਇਸ ਤੇ ਦਲੀਲ ਦਿੰਦੇ ਨੇ, ਕਹਿੰਦੇ ਕਿ ਭਾਈ ਜੇਕਰ ਤੁਸੀਂ ਇੰਨੀਆਂ ਸੌਦਾ ਕਰਨ ਨੂੰ ਤਿਆਰ ਹੋ, ਤੁਸੀਂ ਰੱਦ ਹੀ ਕਰ ਦਿਓ। ਉਹਨਾਂ ਦੀ ਹਰ ਗੱਲ ਨਹੀਂ ਮੰਨੀ ਜਾਣੀ। ਹਾਂ, ਗਵਰਨਰ ਨਹੀਂ ਲੱਗੇ ਹੋਏ। ਉਹ ਤਾਂ ਕਹਿੰਦੇ ਕਿ ਅਸੀਂ ਤਾਂ ਮਹਿਲਾਵਾਂ ਨੂੰ ਫ੍ਰੀ ਬੱਸ ਸੇਵਾ ਵੀ ਦੇ ਰਹੇ ਹਾਂ ਜੀ। ਕੀ ਦੇ ਰਹੇ ਆ? ਇੱਥੋਂ ਰਾਜਪੁਰੇ ਜਾਣਾ, ਆ ਮੋਹਾਲੀ ਤੱਕ ਦਾ ਟਿਕਟ ਲੱਗੂਗਾ, ਤੇ ਜਿਹਦੇ ਕੋਲ ਮੋਹਾਲੀ ਤੱਕ ਦਾ ਟਿਕਟ ਹੋਊਗਾ ਰਾਜਪੁਰੇ ਦੀ ਨਹੀਂ ਕਟਾ ਲੂਗਾ। ਕੈਪਟਨ ਸਾਹਿਬ ਜਿਹੜੇ ਆ ਉਹ ਤਾਂ ਬਹੁਤ ਹੀ ਮਕਾਰ ਔਰ ਝੂਠੇ ਬੰਦੇ ਆ। ਟਰਾਂਸਪੋਰਟ ਦਾ ਫਾਇਦਾ ਤਾਂ ਉਹ ਕਿਸੇ ਹੋਰ ਟਰਾਂਸਪੋਰਟਰ ਨੂੰ ਪਹੁੰਚਾ ਰਹੇ, ਜਿਹਨੂੰ ਕਹਿੰਦੇ ਸੀ ਪਹਿਲਾਂ ਜੇਲ੍ਹ 'ਚ ਭੇਜਾਂਗੇ। ਠੀਕ ਹੈ, ਭਾਈਵਾਲ ਰਹਿ ਚੁੱਕੇ ਨੇ ਜੀ। ਨਹੀਂ, ਸਾਡੇ ਭਾਈਵਾਲ ਰਹਿਣ ਦਾ ਮਤਲਬ ਇਹ ਥੋੜਾ ਕਿ ਜੋ ਕ੍ਰਾਈਮ ਉਹ ਕਰਦੇ ਆ ਉਹ ਅਸੀਂ ਕਰ ਰਹੇ ਹਾਂ। ਚੰਦੂ ਮਾਜਰੇ ਤੁਹਾਡੇ ਪੁਰਾਣੇ ਦੋਸਤ ਰਹਿ ਚੁੱਕੇ ਆ, ਉਹਨਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰੋਗੇ ਬਾਈ ਦੇ ਵਿੱਚ? ਲੱਗਦਾ ਕਿ ਬੀਜੇਪੀ ਨੂੰ ਚੰਦੂ ਮਾਜਰਾ ਵਰਗੇ ਲੀਡਰ ਦੀ ਲੋੜ ਹੈ। ਕੌਣ? ਤਾਂ ਮੈਂ ਸਭ ਤੋਂ ਪਹਿਲਾ ਆਦਮੀ ਹੋਊਗਾ ਜੋ ਬਹੁਤ ਖੁਸ਼ ਹੋਊਗਾ ਔਰ ਸਵਾਗਤ ਕਰੂੰਗਾ, ਕਿਉਂਕਿ ਮਜ਼ਬੂਤ ਲੀਡਰ ਆ ਸਾਡੇ। ਮਜ਼ਬੂਤ ਲੋਕਾਂ ਦੇ ਜਦੋਂ ਹੱਥ ਮਿਲਣਗੇ ਤਾਂ ਸਾਡੀ ਪਾਰਟੀ ਅੱਗੇ ਵਧੇਗੀ। ਦਰਸ਼ਨਪਾਲ ਹੋਰਾਂ ਨੇ ਵੀ ਇਸ ਚਿੱਠੀ ਦਾ ਖੰਡਨ ਕੀਤਾ। ਦਰਸ਼ਨਪਾਲ ਦੀ ਵਿਚਾਰਧਾਰਾ ਜਿਹੜੀ ਆ ਉਹ ਤਾਂ ਉਹਦੇ ਨਾਲ ਹੀ ਬੋਲਦਾ, ਕਾਹਦਾ ਖੰਡਨ ਕਰੇਗਾ। ਜਿੱਦਣ ਕਿਸਾਨ ਨੂੰ ਸਮਝ ਆ ਗਿਆ ਕਿ ਇਹ ਸਾਨੂੰ ਗੁੰਮਰਾਹ ਕਰਦੇ ਰਹੇ, ਤੇ ਕਿਸਾਨ ਉਨਾ ਹੀ ਖਤਰਨਾਕ ਆ ਫਿਰ ਇਹਨਾਂ ਦੇ ਲਈ ਵੀ। ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਮਿਦ ਕੁਮਾਰ। ਤਾਂ ਕੇਂਦਰ ਸਰਕਾਰ ਤੇ ਪੰਜਾਬ ਵਿਚਾਲੇ ਹਾਲੇ ਪੁਰਾਣੇ ਰੇੜਕੇ ਸੁਧਰੇ ਨਹੀਂ ਸਨ ਕਿ ਹਾਲਾ ਇੱਕ ਹੋਰ ਚਿੱਠੀ ਵਿੱਚ ਆ ਖੜੀ ਹੈ ਤੇ ਜੋ ਮਾਮਲਾ ਇੱਕ ਵਾਰ ਫਿਰ ਆਪਸ ਦੇ ਵਿੱਚ ਉਲਝਦਾ ਹੋਇਆ ਨਜ਼ਰ ਆ ਰਿਹਾ। ਤਾਂ ਇੱਕ ਚਿੱਠੀ ਲਿਖੀ ਗਈ ਹੈ ਪੰਜਾਬ ਦੇ ਮੁੱਖ ਸਕੱਤਰ ਹੋਰਾਂ ਨੂੰ ਤੇ ਡੀਜੀਪੀ ਹੋਰਾਂ ਨੂੰ, ਜਿਸ ਦੇ ਵਿੱਚ ਇਹ ਕਿਹਾ ਕਿ ਸਰਹੱਦੀ ਕਿਸਾਨ ਜੋ ਨੇ ਉਹ ਪ੍ਰਵਾਸੀ ਮਜ਼ਦੂਰਾਂ ਨੂੰ ਆਪਣਾ ਬੰਧਕ ਬਣਾਉਂਦੇ ਨੇ, ਉਹਨਾਂ ਨੂੰ ਨਸ਼ਾ ਕਰਵਾਉਂਦੇ ਨੇ, ਧੱਕੇ ਨਾਲ ਦਿਹਾੜੀਆਂ ਕਰਵਾਉਂਦੇ ਨੇ ਤੇ ਮਾਨਸਿਕ ਤੌਰ ਤੇ ਵੀ ਉਹਨਾਂ ਨੂੰ ਪਰੇਸ਼ਾਨ ਕਰਦੇ ਨੇ। ਹਾਲਾਂਕਿ ਆਪਾਂ ਅਕਸਰ ਦੇਖਦੇ ਹਾਂ ਕਿ ਜੱਟ ਤੇ ਜੋ ਸੀਰੀ ਆ ਉਹਦੇ ਵਿੱਚ ਕਿੰਨਾ ਪਿਆਰ ਹੁੰਦਾ ਤੇ ਕਿੰਨਾ ਤਾਲਮੇਲ ਹੁੰਦਾ ਹੈ। ਗਰੇਵਾਲ ਸਾਹਿਬ ਹੋਰਾਂ ਕੋਲ ਪਹੁੰਚਿਆ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਰ ਇਸ ਚਿੱਠੀ ਦੇ ਕੀ ਮਾਇਨੇ ਨੇ, ਕੀ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨ ਤੇ ਮਜ਼ਦੂਰ ਦੇ ਵਿਚਾਲੇ। ਗਰੇਵਾਲ ਸਾਹਿਬ, ਨਾਰਾ ਲਾਇਆ ਜਾਂਦਾ ਹੈ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਪਰ ਜੋ ਚਿੱਠੀ ਆਈ ਹੈ ਇੱਕ ਤਰ੍ਹਾਂ ਦਾ ਫਾੜਨ ਦਾ ਕੰਮ ਲੱਗਦਾ ਕਰ ਰਹੀ ਹੈ। ਇਹ ਤਾਂ ਹਰ ਗੱਲ ਨੂੰ ਨਾ ਗਲਤ ਤਰੀਕੇ ਨਾਲ ਨਾ ਲਿਆ ਕਰੋ। ਇਹ ਚਿੱਠੀ ਕੀ ਆ, ਇਹਦੀ ਅਸਲੀਅਤ ਸਮਝੋ। ਮੈਨੂੰ ਪਤਾ, ਮੈਂ ਪਤਾ ਕੀਤਾ ਫਿਰ ਜਦੋਂ ਲੋਕ ਇਸ ਤਰ੍ਹਾਂ ਦੇ ਇਲਜ਼ਾਮ ਲਾ। ਇੱਕ ਤਾਂ ਪੋਲੀਟੀਕਲ ਲੋਕ ਜਿਹੜੇ ਆ ਉਹਨਾਂ ਦੀ ਸਭ ਤੋਂ ਬੜੀ ਸਮੱਸਿਆ ਕੀ ਆ ਕਿ ਉਹ ਬਾਇਸਡ ਹੋ ਕੇ ਬੋਲਦੇ ਆ ਅੱਜ ਕੱਲ੍ਹ। ਉਹਨਾਂ ਦਾ ਕੋਈ ਅਸੂਲ ਨਹੀਂ। ਇੱਕ ਹੁੰਦਾ ਵੀ ਜਿਹੜੀ ਦੇਸ਼ ਹਿੱਤ ਦੀ ਗੱਲ ਹੋਵੇ ਉਹਦੇ 'ਤੇ ਅਸੀਂ ਸਾਰੇ ਇੱਕ ਹੋਈਏ, ਜਿਹੜੀ ਕੋਈ ਸਮਾਜ ਦੇ ਹਿੱਤ ਦੀ ਗੱਲ ਹੋਵੇ ਉਹਦੇ 'ਤੇ ਇੱਕ ਹੋਈਏ, ਉਹਦੇ 'ਤੇ ਵੀ ਬਾਇਸਡ ਹੋ ਕੇ ਆਪਣੇ ਆਪਣੇ ਵਰਸ਼ਨ ਲੋਕ ਦਿੰਦੇ ਆ। ਇਹ ਉਹਨਾਂ ਦੀ ਸੂਝ-ਬੂਝ ਤੇ ਉਹਨਾਂ ਦਾ ਆਪਣਾ ਚਰਿੱਤਰ ਆ, ਪਰ ਮੈਂ ਕਦੇ ਇੱਦਾਂ ਨਹੀਂ ਕੀਤਾ ਤੇ ਨਾ ਹੀ ਮੇਰੀ ਪਾਰਟੀ 'ਚ ਇਹ ਸਿਖਾਇਆ ਜਾਂਦਾ। ਇਹ BSF ਨੇ ਉੱਥੇ ਸਰਹੱਦੀ ਲੋਕਾਂ 'ਚੋਂ ਕਿਸੇ ਦੀ ਸ਼ਿਕਾਇਤ ਆਈ, ਉਹਨਾਂ ਨੇ ਉਹ ਪਕੜੇ ਕਿ ਜਿਹੜੇ ਉਹਨਾਂ ਨੇ ਮਜ਼ਦੂਰਾਂ ਤੋਂ ਨਸ਼ੇ ਵੀ ਕਰਵਾਉਂਦੇ ਸੀ ਤੇ ਉਹਨਾਂ ਤੋਂ ਜ਼ਬਰਦਸਤੀ ਕੰਮ ਵੀ ਕਰਵਾਉਂਦੇ ਸੀ। ਇਹ ਸਾਰਿਆਂ ਨੂੰ ਨਹੀਂ ਕਿਹਾ ਗਿਆ। ਉਹਨਾਂ ਨੇ ਜਦੋਂ ਇਸ ਤਰ੍ਹਾਂ ਦੇ 1-2 ਇੰਸਟੈਂਸ ਦੇਖੇ ਤਾਂ ਉਹਨਾਂ ਨੂੰ ਡਿਟੈਕਟ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਮਿਨਿਸਟਰੀ ਆਫ ਹੋਮ ਅਫੇਅਰਸ ਨੂੰ ਲਿਖਿਆ ਕਿ ਕੋਈ ਭਾਰਤ ਸਰਕਾਰ ਦੇ ਅੰਡਰ ਸੂਚਨਾ ਉਸੇ ਨੂੰ ਦੇਣਗੇ। ਤੇ ਉਹਨਾਂ ਨੂੰ ਲਿਖਿਆ ਤਾਂ ਉੱਥੋਂ ਹੋਮ ਸੈਕਟਰੀ ਨੇ ਉਹ ਕੰਸਰਨਡ ਜੁਆਇੰਟ ਸੈਕਟਰੀ ਹੋਮ ਨੂੰ ਦਿੱਤੀ ਚਿੱਠੀ। ਕੰਸਰਨਡ ਸੈਕਟਰੀ ਨੇ ਪੰਜਾਬ ਸਰਕਾਰ ਨੂੰ ਇਨਫੋਰਮ ਕੀਤਾ।
ਕਿਉਂਕਿ ਕਾਨੂੰਨ ਵਿਵਸਥਾ ਪੰਜਾਬ ਸਰਕਾਰ ਨੇ ਦੇਖਣੀ ਹੁੰਦੀ ਹੈ, ਤਾਂ ਇਸ ਕਰਕੇ ਉਹ ਪੰਜਾਬ ਸਰਕਾਰ ਹੁਣ ਦੇਖੂਗੀ ਕੀ ਕਰਨਾ, ਇਹਦੇ 'ਚ ਸੱਚਾਈ ਕੀ ਹੈ। ਲੱਗਦਾ ਪਹਿਲਾ ਨੋਟਿਸ ਕੇਂਦਰ ਨੇ ਲੈ ਲਿਆ, ਹਾਲਾਂਕਿ ਪੰਜਾਬ ਦੇ ਕੋਲ ਲੈ ਜਾਣਾ ਇੱਧਰ ਨਹੀਂ ਲੈਣਾ। ਜਦੋਂ ਬਾਰਡਰ ਤੇ BSF ਪਕੜ ਰਹੀ ਹੈ ਤਾਂ ਹੋਰ ਕੌਣ ਲਏਗਾ? ਜਦੋਂ ਸਮੈਕ ਉੱਥੋਂ ਪਕੜੀ ਜਾਏਗੀ, ਡਰੱਗਸ ਪਾਕਿਸਤਾਨ ਤੋਂ ਆਉਂਦੀਆਂ ਪਕੜੀਆਂ ਜਾਣਗੀਆਂ, ਜਾਂ ਬਾਰਡਰ ਤੇ ਕੋਈ ਕ੍ਰਿਮੀਨਲ ਐਕਟ ਹੋਏਗਾ ਉਹ BSF ਨੇ ਪਕੜਨਾ, ਤਾਂ ਉਹ ਉਹਨਾਂ ਨੇ ਕੇਂਦਰ ਨੂੰ ਦੱਸਣਾ, ਮਿਨਿਸਟਰੀ ਆਫ ਹੋਮ ਅਫੇਅਰਸ ਨੂੰ, ਉਹਨਾਂ ਨੇ ਪੰਜਾਬ ਨੂੰ ਇਨਫੋਰਮ ਕਰਨਾ। ਇਹਦੇ 'ਚ ਕੀ ਚੱਕਰ ਆ? DGP ਲੈਵਲ ਤੇ ਇਹ ਤਾਂ ਰੂਟੀਨ ਮੈਟਰ ਆ, ਇਹਦੇ 'ਚ ਕੀ ਆ? ਕਿਹਾ ਜਾ ਰਿਹਾ ਨਾ ਕਿ ਟਾਈਮਿੰਗ ਤੇ ਵੀ ਸਵਾਲ ਉੱਠ ਰਿਹਾ, ਕਹਿੰਦੇ ਕਿ ਇਸੇ ਟਾਈਮ ਹੀ ਕਿਉਂ ਆਈ ਇਹ, ਕਿਉਂ ਬਾਰਡਰ ਤੇ ਇਸੇ ਟਾਈਮ 10 ਕਤਲ ਹੋ ਜਾਂਦੇ ਆ ਤੇ ਉਹਦੇ ਤੇ ਕਾਰਵਾਈ ਨਹੀਂ ਕਰਨੀ ਹੁੰਦੀ? ਟਾਈਮਿੰਗ ਦੇਖਣਾ ਹੁੰਦਾ। ਇਸੇ ਤਰ੍ਹਾਂ ਜੇ ਕੋਈ ਇਸ ਤਰ੍ਹਾਂ ਦੀ ਕ੍ਰਿਮੀਨਲ ਐਕਟ ਕਰਦਾ ਤੇ ਉਹਦੇ 'ਚ ਕਾਹਦਾ ਟਾਈਮਿੰਗ ਆ ਜੀ? ਉਹ ਸਾਰੇ ਕਿਸਾਨਾਂ ਤੇ ਥੋੜਾ ਹੋ ਗਿਆ। ਇਹਨੂੰ ਇਸ ਤਰ੍ਹਾਂ ਨਾਲ ਲਿਆ ਕਰੋ, ਔਰ ਇਹ ਠੀਕ ਤਰੀਕੇ ਨਾਲ ਲੋਕਾਂ 'ਚ ਜਾਣੀ ਚਾਹੀਦੀ ਹੈ ਗੱਲ। ਇਹ ਪ੍ਰਸ਼ਾਸਨਿਕ ਅਧਿਕਾਰੀ ਸਮਝ ਸਕਦਾ ਕਿ ਇਹ ਰੂਟੀਨ ਮੈਟਰ ਆ, ਤੇ ਇਹ ਇਸੇ ਤਰ੍ਹਾਂ ਚੱਲ ਰਿਹਾ। ਇਹ ਐਵੇਂ ਇੰਨੇ ਸੈਂਸਿਟਿਵ ਹੋਣ ਦੀ ਇਹਦੇ ਜ਼ਰੂਰਤ ਨਹੀਂ ਹੈ। ਵੈਸੇ ਜਦੋਂ ਇਹ ਚਿੱਠੀ ਨਿਕਲੀ ਹੈ, ਖਬਰਾਂ ਵਾਲੇ ਟੀਵੀਆਂ ਵਾਲੇ ਪਿੱਛੇ ਪੈ ਗਏ ਨੇ ਇਹ ਚੀਜ਼ਾਂ ਦਿਖਾਉਣ ਦੇ ਵਾਸਤੇ ਕਿ ਕਿਸਾਨ ਤੇ ਸੀਰੀ ਦੇ ਵਿੱਚ ਜਾਂ ਪ੍ਰਵਾਸੀ ਮਜ਼ਦੂਰਾਂ ਦੇ ਵਿੱਚ ਕਿਹੋ ਜਿਹਾ ਰਿਸ਼ਤਾ ਹੈ, ਤੇ ਖਬਰਾਂ ਪੋਜ਼ਿਟਿਵ ਹੀ ਆ ਰਹੀਆਂ ਨੇ। ਜਿਨ੍ਹਾਂ ਨੇ TRP ਵਧਾਉਣੀ ਹੁੰਦੀ ਆ ਉਹ ਇਹ ਸਭ ਕੰਮ ਕਰਦੇ ਆ। ਇਹਨੂੰ ਠੀਕ ਤਰੀਕੇ ਨਾਲ ਪੇਸ਼ ਕਰੋ। ਐਵੇਂ ਸਮਾਜ ਦੇ ਅੰਦਰ ਇਸ ਤਰ੍ਹਾਂ ਦੀਆਂ ਅਫਵਾਹਾਂ ਫੈਲਾਉਣੀਆਂ ਜਾਂ ਕੇਂਦਰ ਸਰਕਾਰ ਦੇ ਖਿਲਾਫ ਗੁੱਸਾ ਭੜਕਾਉਣਾ ਜਾਂ BJP ਦੇ ਖਿਲਾਫ, ਇਹ ਕਿਸੇ ਮਨਸ਼ਾ ਨਾਲ ਗੱਲ ਨਹੀਂ ਇੱਦਾਂ ਹੋਣੀ ਚਾਹੀਦੀ। ਇਹ ਇੰਡੀਪੈਂਡੈਂਟ ਰਾਏ ਰੱਖ ਕੇ ਜੋ ਜਾਇਜ਼ ਗੱਲ ਆ ਉਹ ਕਰਨੀ ਚਾਹੀਦੀ ਹੈ ਸਾਨੂੰ। ਇਹਦੇ ਜਾਇਜ਼ ਇਹ ਹੈ ਕਿ ਪ੍ਰਸ਼ਾਸਨਿਕ ਮੈਟਰ ਹੈ, ਇਹ ਕ੍ਰਿਮੀਨਲ ਐਕਟ ਹੋਇਆ, ਉਹਦੀ ਜਾਣਕਾਰੀ ਦਿੱਤੀ ਗਈ ਹੋਮ ਅਫੇਅਰਸ ਨੂੰ ਹੋਈ, ਹੋਮ ਅਫੇਅਰਸ ਨੇ ਪੰਜਾਬ ਸਰਕਾਰ ਨੂੰ ਦਿੱਤੀ। ਬਸ ਇਹੀ ਤਾਂ ਹੈਗਾ। ਡਾਕਟਰ ਦਰਸ਼ਨਪਾਲ ਹੋਰਾਂ ਨੇ ਵੀ ਇਸ ਚਿੱਠੀ ਦਾ ਖੰਡਨ ਕੀਤਾ ਜੀ। ਦਰਸ਼ਨਪਾਲ ਦੀ ਵਿਚਾਰਧਾਰਾ ਜਿਹੜੀ ਆ ਉਹ ਤਾਂ ਉਹਦੇ ਨਾਲ ਹੀ ਬੋਲਦਾ, ਕਾਹਦਾ ਖੰਡਨ ਕਰੇਗਾ? ਉਹਨਾਂ ਨੂੰ ਛੱਡੋ, ਮੈਂ ਉਹਨਾਂ ਦੇ ਬਾਰੇ ਕੋਈ ਕਮੈਂਟਸ ਨਹੀਂ ਕਰਨੇ ਚਾਹੁੰਦਾ। ਦਰਸ਼ਨਪਾਲ ਦੇ ਉਹਨਾਂ ਦੀ ਸੂਝ-ਬੂਝ ਉਹਨਾਂ ਦੇ ਨਾਲ, ਪਰਮਾਤਮਾ ਉਹਨਾਂ ਨੂੰ ਮੁਬਾਰਕ ਰੱਖੇ। ਉਹ ਕਿਸਾਨ ਦਾ ਨਾਸ ਮਾਰਨ ਤੇ ਲੱਗੇ ਹੋਏ ਆ ਤੇ ਕਿਸਾਨ ਨੂੰ ਗਲਤ ਦਿਸ਼ਾ ਦੇਣ ਨੂੰ ਲੱਗੇ ਹੋਏ ਆ। ਮੈਂ ਇਹਨਾਂ ਲੋਕਾਂ ਨਾਲ ਸਹਿਮਤ ਨਹੀਂ ਹੈਗਾ। ਗਰੇਵਾਲ ਸਾਹਿਬ, ਕਾਰਨ ਕੀ ਹੈ? ਕਿਉਂਕਿ ਬਹੁਤ ਵੱਡੀ ਗਿਣਤੀ ਹੈ ਉਹਨਾਂ ਆਗੂਆਂ ਦੇ ਪਿੱਛੇ। ਗਿਣਤੀ ਕਿੰਨੀ ਹੈ ਜੀ? ਇਹ ਹਿੰਦੁਸਤਾਨ ਕਿੰਨਾ ਬੜਾ ਹੈ? ਪੰਜਾਬ ਦੀ ਆਬਾਦੀ ਕਿੰਨੀ ਹੈ ਇਸ ਵੇਲੇ? 3 ਕਰੋੜ ਹੈ ਨਾ, ਤੇ ਉਹਦੇ ਕਰੀਬ ਹੀ ਪਹੁੰਚ ਗਈ। ਤੇ ਉਹਨਾਂ ਦੇ ਪਿੱਛੇ ਕਿੰਨੇ ਲੋਕ ਆ? 50,000, ਲੱਖ, 2 ਲੱਖ, 4 ਲੱਖ, 10 ਲੱਖ। ਇਹ ਤੋਂ ਜ਼ਿਆਦਾ ਤਾਂ ਨਹੀਂ ਹੈ, ਇਹ ਤੋਂ ਜ਼ਿਆਦਾ ਤਾਂ ਨਹੀਂ ਹੈ। ਮੰਨਦੇ ਹੋ ਨਾ? ਤੇ ਕੀ ਕਰਨਗੇ ਉਹ? ਇਹਦਾ ਮਤਲਬ ਪੂਰੇ ਪੰਜਾਬ ਦੀ ਆਵਾਜ਼ ਬਣ ਗਏ, ਉਹ ਪੂਰੇ ਦੇਸ਼ ਦੀ 139 ਕਰੋੜ ਦੀ ਆਵਾਜ਼ ਬਣ ਗਏ? ਕੁਛ ਵੀ ਨਹੀਂ ਹੈਗੇ। ਇਹ ਤਾਂ ਇੱਕ ਸਰਕਾਰ ਸਹਿ ਰਹੀ ਹੈ, ਕਿਉਂਕਿ ਡੈਮੋਕ੍ਰੇਸੀ ਹੈ। ਡੈਮੋਕ੍ਰੇਸੀ 'ਚ ਹਰ ਕਿਸੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਆ, ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਹੱਕ ਆ। ਜਦੋਂ ਇਹ ਕ੍ਰਿਮੀਨਲ ਐਕਟ ਕਰਨਗੇ, ਇਹਨਾਂ ਦੇ ਖਿਲਾਫ ਵੀ ਕਾਰਵਾਈ ਹੋਊਗੀ। ਕਿਸੇ ਨੂੰ ਸਪੇਅਰ ਨਹੀਂ ਕੀਤਾ ਜਾਏਗਾ ਇਸ ਮਾਮਲੇ 'ਚ। 3.5 ਜਾਂ 3 ਕਰੋੜ ਦੀ ਆਬਾਦੀ ਦੇ ਵਿੱਚੋਂ ਕੁਝ ਕਿ ਤੁਸੀਂ ਕਹਿੰਦੇ ਹਜ਼ਾਰਾਂ ਦੇ ਗਿਣਤੀ ਦੇ ਵਿੱਚ ਬੰਦੇ ਉਹਨਾਂ ਨੂੰ ਫੋਲੋ ਕਰਦੇ ਆ। ਉਹਨਾਂ ਨੂੰ ਇੰਨੇ ਵੀ ਨਹੀਂ ਫੋਲੋ ਕਰਨਗੇ। ਕੁਝ ਚੰਦ ਦਿਨਾਂ 'ਚ ਉਹਨਾਂ ਨੂੰ ਸਮਝ ਆ ਜਾਊਗੀ ਕਿਸਾਨ ਨੂੰ ਕਿ ਸਾਨੂੰ ਇਹ ਗੁੰਮਰਾਹ ਕਰ ਰਹੇ ਆ। ਉਹਨਾਂ ਨੂੰ ਇਹ ਕਹਿ ਕੇ ਲੈ ਆਏ ਕਿ ਤੁਹਾਡੀਆਂ ਜ਼ਮੀਨਾਂ ਖੋਹ ਲੈਣੀਆਂ ਨੇ, ਅਡਾਨੀ ਅੰਬਾਨੀ ਨੂੰ ਦੇ ਦੇਣੀਆਂ ਨੇ। ਨਾ ਕਿਸੇ ਦੀ ਜ਼ਮੀਨ ਖੋਹਣੀ ਆ, ਨਾ ਅਡਾਨੀ ਅੰਬਾਨੀ ਨੂੰ ਦੇਣੀ ਆ। ਜਿੱਦਣ ਕਿਸਾਨ ਨੂੰ ਸਮਝ ਆ ਗਿਆ ਕਿ ਇਹ ਸਾਨੂੰ ਗੁੰਮਰਾਹ ਕਰਦੇ ਰਹੇ, ਤੇ ਕਿਸਾਨ ਉਨਾ ਹੀ ਖਤਰਨਾਕ ਆ ਫਿਰ ਇਹਨਾਂ ਦੇ ਲਈ ਵੀ, ਕਿ ਬਈ ਆ ਜਾਓ, ਇਹ ਭੋਲੇ ਹੁੰਦੇ ਆ, ਇਹਨਾਂ ਨੇ ਕਹਿਣਾ ਸਾਨੂੰ ਗੁੰਮਰਾਹ ਕੀਤਾ। ਡੰਡੇ ਲੈ ਕੇ ਇਹਨਾਂ ਨੂੰ ਲੱਭਦੇ ਰਹਿਣਗੇ, ਅੱਗੇ ਅੱਗੇ ਜਾਣਗੇ, ਉਹ ਪਿੱਛੇ ਪਿੱਛੇ ਜਾਣਗੇ। ਆਹ ਹੋਊਗਾ। ਚੰਦ ਦਿਨਾਂ ਦੀ ਪਹਿਲਾਂ ਵੀ ਗੱਲ ਹੁੰਦੀ ਸੀਗੀ, ਮਤਲਬ ਕਿ 4 ਮਹੀਨੇ ਹੋ ਗਏ ਆ ਜੀ ਦਿੱਲੀ ਦੇ ਬਾਰਡਰਾਂ ਤੇ ਬੈਠੇ। 4 ਮਹੀਨੇ ਕੁਛ ਵੀ ਨਹੀਂ ਹੈ। ਗੁੰਮਰਾਹ ਕਰਨ 'ਚ, ਇਹਨਾਂ ਦੇ ਚੰਗੁਲ 'ਚੋਂ ਨਿਕਲਣ 'ਚ ਕੁਛ ਸਮਾਂ ਲੱਗਦਾ। ਉਹਨਾਂ ਨੂੰ ਸਮਝ ਆ ਜਾਣੀ ਹੈ ਆਪਣੇ ਆਪ। ਠੀਕ। ਹੁਣ ਗਰੇਵਾਲ ਸਾਹਿਬ, ਜਿਵੇਂ ਪੀਯੂਸ਼ ਗੋਇਲ ਹੋਰਾਂ ਨੇ ਵੀ ਚਿੱਠੀ ਲਿਖੀ ਸੀਗੀ ਕਿ ਸਿੱਧੀ ਖਾਤਿਆਂ ਦੇ ਵਿੱਚ ਤੁਹਾਨੂੰ ਪਾਵਾਂਗੇ, ਜੇਕਰ ਤੁਸੀਂ ਇੱਦਾਂ ਕਰੋ ਤਾਂ ਜੋ ਰਿਆਇਤਾਂ ਤੁਹਾਨੂੰ ਮਿਲਦੀਆਂ ਨੇ ਉਹ ਅਸੀਂ ਨਹੀਂ ਦੇਵਾਂਗੇ। ਤੁਹਾਨੂੰ ਲੱਗਦਾ ਨਹੀਂ ਕਿ ਪੀਯੂਸ਼ ਗੋਇਲ ਹੋਰੀ ਜ਼ਿਆਦਾ ਪੰਜਾਬ ਤੋਂ ਤੰਗ ਨੇ? ਹਾਲਾਂਕਿ ਚਿੱਠੀ ਹੁਣ ਕੈਪਟਨ ਸਾਹਿਬ ਹੋਰਾਂ ਨੇ ਸਿੱਧੀ ਪ੍ਰਧਾਨ ਮੰਤਰੀ ਹੋਰਾਂ ਨੂੰ ਲਿਖੀ ਹੈਗੀ ਆ ਕਿ ਤੁਸੀਂ ਇਸ ਮਸਲੇ ਦਾ ਹੱਲ ਕਰੋ। ਦੇਖੋ, ਕੈਪਟਨ ਸਾਹਿਬ ਜਿਹੜੇ ਆ ਉਹ ਤਾਂ ਬਹੁਤ ਹੀ ਮਕਾਰ ਔਰ ਝੂਠੇ ਬੰਦੇ ਆ। ਮੈਂ ਕਹਿਣਾ ਨਹੀਂ ਚਾਹੁੰਦਾ, ਮੁੱਖ ਮੰਤਰੀ ਨੇ ਪੰਜਾਬ ਦੇ, ਮੈਂ ਬੜੇ ਸਤਿਕਾਰ ਨਾਲ ਕਹਿਣਾ ਕਿ ਉਹ ਰਾਜ ਧਰਮ ਦਾ ਪਾਲਣ ਨਹੀਂ ਕਰ ਰਹੇ। ਉਹ ਰਾਜਨੀਤਿਕ ਆਤੰਕਵਾਦ ਫੈਲਾ ਰਹੇ ਆ, ਔਰ ਉਹ ਪੰਜਾਬ ਦੇ ਹਾਲਾਤ ਖਰਾਬ ਕਰ ਰਹੇ ਆ। ਭ੍ਰਿਸ਼ਟਾਚਾਰ ਹੋ ਰਿਹਾ ਉਹਨਾਂ ਦੇ ਰਾਜ 'ਚ ਬਹੁਤ ਜ਼ਿਆਦਾ। ਉਹਨਾਂ ਦੇ ਰਾਜ 'ਚ ਲੌਲੈਸਨੈਸ ਆ। ਉਹਨਾਂ ਦੇ ਰਾਜ 'ਚ ਇਨਸਾਫ ਦਾ ਰਾਜ ਨਹੀਂ ਹੈ। ਉਹ ਜਿੰਨੇ ਵਾਅਦੇ ਕੀਤੇ ਉਹ ਸਾਰੇ ਝੂਠੇ ਕੀਤੇ। ਉਹ ਤਾਂ ਕਹਿੰਦੇ ਕਿ ਅਸੀਂ ਤਾਂ ਮਹਿਲਾਵਾਂ ਨੂੰ ਫ੍ਰੀ ਬੱਸ ਸੇਵਾ ਵੀ ਦੇ ਰਹੇ ਹਾਂ ਜੀ। ਕੀ ਦੇ ਰਹੇ ਆ? ਇੱਥੋਂ ਰਾਜਪੁਰੇ ਜਾਣਾ, ਆ ਮੋਹਾਲੀ ਤੱਕ ਦਾ ਟਿਕਟ ਲੱਗੂਗਾ, ਤੇ ਜਿਹਦੇ ਕੋਲ ਮੋਹਾਲੀ ਤੱਕ ਦਾ ਟਿਕਟ ਹੋਊਗਾ ਰਾਜਪੁਰੇ ਦੀ ਨਹੀਂ ਕਟਾ ਲੂਗਾ। ਇਹ ਤਾਂ ਆਖਰੀ ਸਾਲ 'ਚ ਉਹਨਾਂ ਨੇ ਡਰਾਮਾ ਕੀਤਾ ਸਾਰਾ। ਔਰ ਉੱਧਰ ਕੀ ਹੋ ਰਿਹਾ? ਜਿਹੜੇ ਉਹਦੇ EMPLOYEES ਨੇ ਪੈਪਸੂ ਰੋਡਵੇਜ਼ ਦੇ ਤੇ ਜੋ ਵੀ ਹੈ ਪਨ ਬੱਸ ਦੇ, ਉਹ ਸਾਰੇ ਸਟ੍ਰਾਈਕ 'ਤੇ ਜਾ ਰਹੇ ਆ ਕਿ ਸਾਡੀ ਤਾਂ ਟਰਾਂਸਪੋਰਟ ਘਾਟੇ 'ਚ ਜਾ ਰਹੀ ਹੈ। ਟਰਾਂਸਪੋਰਟ ਦਾ ਫਾਇਦਾ ਤਾਂ ਉਹ ਕਿਸੇ ਹੋਰ ਟਰਾਂਸਪੋਰਟਰ ਨੂੰ ਪਹੁੰਚਾ ਰਹੇ, ਜਿਹਨੂੰ ਕਹਿੰਦੇ ਸੀ ਪਹਿਲਾਂ ਜੇਲ੍ਹ 'ਚ ਭੇਜਾਂਗੇ। ਉਹਨਾਂ ਨੂੰ ਹੋਰ ਉਹਨਾਂ ਨੇ बढ़ोतरी ਕਰਤੀ।
ਠੀਕ ਹੈ। ਇਹ ਭਾਈਵਾਲ ਰਹਿ ਚੁੱਕੇ ਨੇ ਜੀ ਉਹ। ਨਹੀਂ, ਸਾਡੇ ਭਾਈਵਾਲ ਰਹਿਣ ਦਾ ਮਤਲਬ ਇਹ ਥੋੜਾ ਕਿ ਜੋ ਕ੍ਰਾਈਮ ਉਹ ਕਰਦੇ ਆ ਉਹ ਅਸੀਂ ਕਰ ਰਹੇ ਹਾਂ, ਜਾਂ ਜੋ ਕਰਪਸ਼ਨ ਉਹਨਾਂ ਨੇ ਕੀਤੀ ਉਹਦੇ ਅਸੀਂ ਜ਼ਿੰਮੇਦਾਰ ਹਾਂ। ਸਾਡਾ ਤਾਂ ਇੰਨਾ ਹੀ ਉਹਨਾਂ ਨਾਲ ਰਿਸ਼ਤਾ ਸੀ ਕਿ ਮੇਨ ਰਾਜ ਉਹੀ ਕਰਦੇ ਸੀ। ਤੇ ਜਿੱਦਾਂ ਕਸਾਈ ਬੱਕਰੇ ਨੂੰ ਕੱਟਦਾ, ਮੈਂ ਐਗਜ਼ਾਮਪਲ ਦਿੰਦਾ ਇਹ, ਕਿ ਸਾਹਮਣੇ ਮੇਰੇ ਵਰਗਾ ਖੜਾ ਹੁੰਦਾ ਸ਼ਰੀਫ ਆਦਮੀ, ਉਹ ਐਵੇਂ ਹੀ ਸਾਹਮਣੇ ਵਾਲੇ ਨੂੰ ਪੁੱਛੂਗਾ ਜ਼ਰੂਰ ਕਿ ਕੱਟ ਦੂੰ, ਤੇ ਮੇਰੇ ਵਰਗਾ ਮੁੰਡੀ ਹਿਲਾਉਂਦਾ ਅੱਧਾ ਪਾਪ ਆਪਦੇ ਸਿਰ ਲੈ ਲੈਂਦਾ। ਅਸੀਂ ਤਾਂ ਮੁੰਡੀ ਹਿਲਾਉਣ ਦਾ ਪਾਪ ਲਿਆ ਇਹਨਾਂ ਨਾਲ ਖੜੇ ਹੋ ਕੇ, ਪਾਪ ਅਸੀਂ ਨਹੀਂ ਕੀਤਾ, ਪਰ ਉਹਦਾ ਭੁਗਤਾਨ ਅਸੀਂ ਜ਼ਰੂਰ ਕਰ ਰਹੇ ਹਾਂ। ਜਿਹੜੀ ਦੁਸ਼ਟਤਾ ਇਹਨਾਂ ਨੇ ਕੀਤੀ ਹੈ, ਪੰਜਾਬ ਲੁੱਟਿਆ, ਪੰਜਾਬ ਦੇ ਲੋਕ ਜਿਹੜੇ ਅੱਜ ਮਤਲਬ ਇੱਕ ਤਰ੍ਹਾਂ ਦੇ ਭਿਖਾਰੀ ਬਣਾਤੇ। ਵਿਦੇਸ਼ਾਂ 'ਚ ਜਾ ਕੇ ਸਾਡੇ ਬੱਚੇ ਕੀ ਕਰਦੇ ਆ ਬਈ, ਉੱਥੇ ਛੋਟੇ ਛੋਟੇ ਕੰਮ ਕਰਦੇ ਆ ਵਿਚਾਰੇ। ਇੱਥੇ ਜਿਹੜੇ ਰਾਜ ਕਰਦੇ ਹੁੰਦੇ ਸੀ, ਉੱਥੇ ਮਿਹਨਤ ਮਜ਼ਦੂਰੀ ਕਰਕੇ ਉਹ ਖੜੇ ਹੁੰਦੇ ਆਪਦੇ ਪੈਰਾਂ ਤੇ ਉਹ ਇਹਨਾਂ ਨੂੰ ਹੀ ਗਾਲਾਂ ਕੱਢਦੇ ਆ। ਤੁਹਾਡੀ ਸਰਕਾਰ ਜੇਕਰ ਬਣਦੀ ਹੈ ਤਾਂ ਤੁਸੀਂ ਇਹ ਸਭ ਜੋ ਮਜ਼ਦੂਰੀ ਤੁਸੀਂ ਬੁਰੀ ਹਾਲਤ ਦੱਸੀ, ਬਾਹਰ ਪ੍ਰਵਾਸ ਹੋ ਰਿਹਾ, ਤੁਸੀਂ ਇਹ ਸਭ ਸੁਧਾਰੋਗੇ? ਸੁਧਾਰਾਂਗੇ ਨਹੀਂ, ਆਇਡੈਂਟੀਫਾਈ ਕਰਕੇ ਸਾਹਮਣੇ ਵੀ ਲਿਆਵਾਂਗੇ ਪਬਲਿਕ ਦੇ ਕਿ ਇਹਨਾਂ ਲੋਕਾਂ ਨੇ ਪੰਜਾਬ ਦਾ ਨੁਕਸਾਨ ਕੀਤਾ। ਸਮਝ ਗਏ ਗੱਲ? ਇਹ ਸਾਰਾ ਕੁਝ ਕਰਾਂਗੇ। ਸਾਡੇ ਤਾਂ ਅਸੀਂ ਸਧਾਰਨ ਲੋਕ ਹੁੰਦੇ ਹਾਂ, ਸਧਾਰਨ ਪਰਿਵਾਰਾਂ ਦੇ ਹੁੰਦੇ ਹਾਂ, ਕਿਸੇ ਖਾਸ ਪਰਿਵਾਰਾਂ ਦੇ ਥੋੜ੍ਹਾ। ਹੁਣ ਜਿਸ ਤਰ੍ਹਾਂ ਜੇ ਕਾਂਗਰਸ ਦਾ ਰਾਜ ਆ ਜੇ, ਤੁਸੀਂ ਗਿਣਤੀ ਕਰਕੇ ਦੇਖ ਲਓ, ਸਿਰਫ 27 ਪਰਿਵਾਰ ਨੇ ਪਿਛਲੇ 70 ਸਾਲਾਂ 'ਚ ਉਹੀ ਰਾਜ ਕਰਦੇ ਆ। ਉਹਨਾਂ ਦਾ ਹੀ ਮੁੱਖ ਮੰਤਰੀ ਹੁੰਦਾ, ਉਹਨਾਂ ਦੇ ਹੀ ਮਿਨਿਸਟਰ ਹੁੰਦੇ ਆ, MLA ਚਾਹੇ 70 ਬਣਨ ਚਾਹੇ 80 ਬਣਨ। ਕਾਂਗਰਸ ਵੀ ਚੰਦ ਪਰਿਵਾਰਾਂ ਦੀ ਪਾਰਟੀ ਹੈ। ਔਰ ਇੱਧਰ ਜਿਹੜਾ ਅਕਾਲੀ ਦਲ ਆ, ਉਹਨੇ ਤਾਂ ਬਹੁਤ ਆਰਾਮ ਕੀਤਾ ਹੋਇਆ, ਇੱਕੋ ਹੀ ਪਰਿਵਾਰ ਦੀ ਪਾਰਟੀ ਹੈ, ਕੋਈ ਬਹੁਤਿਆਂ ਦੀ ਜ਼ਰੂਰਤ ਨਹੀਂ ਰਹੀ। ਪੰਜਾਬ 'ਚ ਔਰ BJP ਸਧਾਰਨ ਲੋਕਾਂ ਨੂੰ, ਆਮ ਲੋਕਾਂ ਨੂੰ, ਮਜ਼ਦੂਰਾਂ 'ਚੋਂ, ਮਿਹਨਤ ਕਸ਼ਾਂ 'ਚੋਂ, ਜਿਸ ਤਰ੍ਹਾਂ ਸਾਂਪਲਾ ਜੀ ਸੀ, ਕੀ ਸੀ, ਪਲੰਬਰ ਸੀ, ਮਜ਼ਦੂਰੀ ਕਰਦੇ ਸੀ, ਕਿੱਥੇ ਮਿਨਿਸਟਰ ਬਣਾਤੇ, ਕਿੱਥੇ SC ਕਮਿਸ਼ਨ ਦੇ ਚੇਅਰਮੈਨ ਬਣਾਤੇ। ਇੱਧਰ ਕਾਂਗਰਸ ਜਾਂ ਅਕਾਲੀ ਦਲ 'ਚ ਕੋਈ ਬਣ ਜਾਊਗਾ? ਉੱਧਰ ਤਾਂ ਜੇ ਚੰਦੂ ਮਾਜਰਾ ਜੀ ਕਦੋਂ ਦੇ ਘੁੰਮਦੇ ਆ, ਕੀ ਹਾਲਤ ਕਰਤੀ ਉਹਦੀ, ਕਿੰਨਾ ਬੜਾ ਲੀਡਰ ਆ। ਤੇ ਮਿਨਿਸਟਰ ਬਣਨਾ ਬੀਬਾ ਹਰਸਿਮਰਤ ਨੇ ਪਹਿਲੇ ਦਿਨ ਆਈ ਔਰ ਮਿਨਿਸਟਰ ਬਣਾਤੀ। ਕੋਈ ਹੋਰ ਬਣ ਕੇ ਦਿਖਾ ਦੇ। ਢੀਂਡਸਾ ਜੀ ਆਖਰ ਪਰੇਸ਼ਾਨ ਹੋ ਕੇ ਛੱਡ ਗਏ। ਚੰਦੂ ਮਾਜਰੇ ਤੁਹਾਡੇ ਪੁਰਾਣੇ ਦੋਸਤ ਰਹਿ ਚੁੱਕੇ ਆ, ਉਹਨਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰੋਗੇ ਬਾਈ ਦੇ ਵਿੱਚ? ਨਹੀਂ, ਉਹ ਜੁੜਨਾ ਨਾ ਜੁੜਨਾ ਉਹਨਾਂ ਦੀ ਅਲੱਗ ਗੱਲ ਆ। ਮੈਂ ਤਾਂ ਉਹਨਾਂ ਦਾ ਸਵਾਗਤ ਕਰੂੰਗਾ ਜੇ ਉਹ ਆਉਣ, ਪਰ ਉਹਨਾਂ ਦੇ ਮਨ ਦੀ ਗੱਲ ਆ ਇਹ, ਉਹਨਾਂ ਨੇ ਕਿੱਥੇ ਰਹਿਣਾ, ਕੀ ਕਰਨਾ। ਗੱਲਬਾਤ ਤਾਂ ਹੁੰਦੀ ਹੋਣੀ ਹੈ, ਸਿਆਸੀ ਗਲਿਆਰਿਆਂ 'ਚ ਕੀ ਚਰਚਾ ਹੁੰਦੀ ਹੈ, ਇਸ ਤੇ ਵੀ ਤੁਸੀਂ ਕਹਿ ਦਿਓਗੇ ਸਿਆਸੀ ਹਵਾ ਕਿੱਧਰ ਨੂੰ ਜਾ ਰਹੀ ਹੈਗੀ ਆ? ਇਸ ਬਹੁਤ ਭਲੇ ਆਦਮੀ ਨੇ, ਸੱਜਣ ਨੇ, ਲੋਕਾਂ 'ਚ ਵਿਚਰਦੇ ਆ। ਉਹ ਅਸਲ ਜਨ ਨੇਤਾ ਹੈ ਚੰਦੂ ਮਾਜਰਾ ਜੀ। ਮੈਨੂੰ ਲੱਗਦਾ ਕਿ BJP ਨੂੰ ਚੰਦੂ ਮਾਜਰਾ ਵਰਗੇ ਲੀਡਰ ਦੀ ਲੋੜ ਹੈ। ਨਹੀਂ, ਅਸੀਂ ਤਾਂ ਦੇਖੋ, ਉਹਨਾਂ ਨੇ ਆਉਣਾ ਨਹੀਂ ਹੈ, ਕੋਈ ਗੱਲ ਨਹੀਂ ਐਸੀ ਹੋਈ ਲੋਕ ਇਸ ਨੂੰ ਗਲਤ ਪਾਸੇ ਲਾ ਲੈਣ, ਪਰ ਜੇ ਉਹ ਆਉਣ ਤਾਂ ਮੈਂ ਸਭ ਤੋਂ ਪਹਿਲਾ ਆਦਮੀ ਹੋਊਗਾ ਜੋ ਬਹੁਤ ਖੁਸ਼ ਹੋਊਗਾ ਔਰ ਸਵਾਗਤ ਕਰੂੰਗਾ, ਕਿਉਂਕਿ ਮਜ਼ਬੂਤ ਲੀਡਰ ਆ ਸਾਡੇ। ਮਜ਼ਬੂਤ ਲੋਕਾਂ ਦੇ ਜਦੋਂ ਹੱਥ ਮਿਲਣਗੇ ਤਾਂ ਸਾਡੀ ਪਾਰਟੀ ਅੱਗੇ ਵਧੇਗੀ, ਤਰੱਕੀ ਕਰੇਗੀ। ਮੈਂ ਕਿਉਂ ਨਹੀਂ ਖੁਸ਼ ਹੋਊਂਗਾ? CM ਫੇਸ ਵੀ ਰੱਖਿਆ ਜਾ ਸਕਦਾ, ਕਿਉਂਕਿ ਚੰਦੂ ਮਾਜਰਾ ਪੁਰਾਣੇ ਲੀਡਰ ਨੇ। ਕੁਝ ਵੀ ਹੋ ਸਕਦਾ, ਇੱਥੇ ਆਮ ਬੰਦਿਆਂ ਨੇ ਬਣਨਾ। ਚੰਦ ਉਹ ਵੀ ਸਧਾਰਨ ਪਰਿਵਾਰਾਂ 'ਚੋਂ ਆ, ਠੀਕ ਹੈ, ਸਟੂਡੈਂਟ ਲੀਡਰ ਸੀ ਉਸ ਵੇਲੇ, ਮੈਂ ਵੀ ਉਹਨਾਂ ਦੇ ਨਾਲ ਰਿਹਾ। ਤੇ ਇੱਥੇ ਤਾਂ ਆਮ ਲੋਕਾਂ ਨੇ ਹੀ ਬਣਨਾ, ਕੋਈ ਮਜ਼ਦੂਰ ਬਣੋ, ਕੋਈ ਕਿਸਾਨ ਬਣੋ। ਇੱਥੇ ਤਾਂ ਚੰਦ ਪਰਿਵਾਰਾਂ, ਖਾਸ ਪਰਿਵਾਰਾਂ ਦੇ ਲੋਕ ਤਾਂ ਨਹੀਂ ਬਣਨੇ, BJP 'ਚ ਨਹੀਂ ਬਣਦੇ। ਮਤਲਬ ਕਿ ਜੇਕਰ ਚੰਦੂ ਮਾਜਰਾ ਆਉਂਦੇ ਨੇ ਤਾਂ ਉਹ CM ਫੇਸ ਵੀ ਬਣ ਸਕਦੇ ਨੇ BJP ਦੇ ਅੰਦਰ? ਕਿਉਂ ਨਹੀਂ ਬਣ ਸਕਦੇ? ਕੋਈ ਵੀ ਬਣ ਸਕਦਾ। ਕੋਈ ਛੋਟੇ ਤੋਂ ਛੋਟਾ ਵਰਕਰ ਸਾਡਾ CM ਹੋ ਸਕਦਾ। ਹਮੇਸ਼ਾ ਇਦਾਂ ਹੀ ਹੁੰਦੇ ਆ। ਚੰਦੂ ਮਾਜਰਾ ਬਹੁਤ ਬੜੇ ਲੀਡਰ ਨੇ ਇਸ ਵੇਲੇ, ਉਹਨਾਂ ਦਾ ਕੱਦਾਵਰ ਨੇਤਾ ਨੇ। ਆਉਣ ਤਾਂ ਉਹਨਾਂ ਦਾ ਬਹੁਤ ਸਵਾਗਤ ਆ, ਉਹਨਾਂ ਦਾ ਮਹੱਤਵਪੂਰਨ ਸਥਾਨ ਰਹੂਗਾ BJP 'ਚ ਜੇ ਆਉਣਗੇ ਤਾਂ। ਪਰ ਉਹਨਾਂ ਨੇ ਆਉਣ ਦੀ ਗੱਲ ਕੋਈ ਨਹੀਂ ਕੀਤੀ, ਇਹਨੂੰ ਗਲਤ ਪਾਸੇ ਬਣਾਇਆ ਜਾ ਸਕਦਾ ਹੈ ਜੇਕਰ ਪਾਰਟੀ ਨੂੰ ਲੋੜ ਆ। ਨਹੀਂ, ਅਸੀਂ ਤਾਂ ਸਭ ਨੂੰ ਮਨਾਵਾਂਗੇ, ਸਭ ਨੂੰ ਵੈਲਕਮ ਕਰਾਂਗੇ, ਆਓ। ਠੀਕ ਹੈ ਨਾ ਗੱਲ? ਤੇ ਸਰਕਾਰ 'ਚ ਰਹਿ ਕੇ ਕੰਮ ਵੀ ਕੀਤਾ ਹੈਗਾ ਇੱਥੇ, ਮਤਲਬ ਕਿ ਤੁਸੀਂ ਚੰਦੂ ਮਾਜਰਾ ਹੋਰਾਂ ਨਾਲ ਕੰਮ ਵੀ ਕੀਤਾ ਹੈਗਾ। ਮਤਲਬ ਕਿ ਜੇਕਰ ਹੁੰਦਾ ਹੈ, ਕਿਉਂਕਿ ਟਕਸਾਲੀ ਪਹਿਲਾਂ ਵੀ ਬਾਗੀ ਹੋ ਚੁੱਕੇ ਨੇ ਅਕਾਲੀ ਦਲ ਨਾਲੋਂ, ਕਿਉਂਕਿ ਕਹਿੰਦੇ ਨੇ ਸਾਡੀ ਸੁਣੀ ਨਹੀਂ ਜਾਂਦੀ ਗੀ, ਸੁਖਬੀਰ ਬਾਦਲ ਆਪਣੇ ਪਰਿਵਾਰਵਾਦ ਦੇ ਵਿੱਚ ਹੀ ਰਹਿ ਕੇ ਪਾਰਟੀ ਚਲਾਉਂਦੇ ਨੇ, ਤਾਂ ਚੰਦੂ ਮਾਜਰਾ ਸਾਹਿਬ ਵੀ ਪੁਰਾਣੇ ਟਕਸਾਲੀ ਅਕਾਲੀ ਰਹਿ ਚੁੱਕੇ ਨੇ, ਮਨਾਇਆ ਜਾ ਸਕਦਾ? ਮੈਨੂੰ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਕਿ ਉਹ ਸਾਡੇ ਆਉਣਗੇ ਜਾਂ ਨਹੀਂ ਆਉਣਗੇ, ਕੋਈ ਜਾਣਕਾਰੀ ਨਹੀਂ ਹੈ, ਨਾ ਕਦੇ ਕੋਈ ਗੱਲ ਹੋਈ। ਪਰ ਜੇ ਇਹੋ ਜਿਹੇ ਤਕੜੇ ਲੋਕ ਆਉਣ, ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਪਾਰਟੀ 'ਚ। ਮੈਂ ਤਾਂ ਸਭ ਤੋਂ ਪਹਿਲਾ ਆਦਮੀ ਹੋਊਂਗਾ ਜੋ ਸਵਾਗਤ ਕਰੂੰਗਾ। ਠੀਕ ਹੈ, ਕੁਛ ਵੀ ਬਣ ਸਕਦੇ ਨੇ ਉਹ ਸਾਡੀ ਪਾਰਟੀ 'ਚ। ਤੁਸੀਂ ਤੇ ਜੈਣੀ ਸਾਹਿਬ ਅੱਗੇ ਲੱਗੇ ਸੀਗਾ ਜੀ ਜਦੋਂ ਇਹ ਖੇਤੀ ਅੰਦੋਲਨ ਸ਼ੁਰੂ ਹੋਇਆ ਸੀਗਾ। ਹੁਣ ਤੁਸੀਂ ਇੱਥੇ ਹੋ ਜੀ, ਦਿੱਲੀ ਕਦੋਂ ਜਾ ਰਹੇ ਹੋ ਜੀ? ਕਦੋਂ ਡੈਡਲੋਕ ਟੁੱਟੇਗਾ ਜੀ? ਕੋਈ ਅਜਿਹੀ ਜਾਣਕਾਰੀ ਕਦੋਂ ਆਊਗੀ ਕਿ ਹਾਂਜੀ ਕਿਸਾਨਾਂ ਦਾ ਤੇ ਸਰਕਾਰ ਦੇ ਵਿਚਾਲੇ ਦੁਬਾਰਾ ਗੱਲਬਾਤ ਹੋ ਰਹੀ ਹੈ, ਤੇ ਕਦੋਂ ਮਾਮਲਾ ਸੁਲਝੇਗਾ? ਦੇਖੋ, ਤੁਸੀਂ ਇੱਕ ਨਾਂ ਪਹਿਲਾਂ ਲਿਆ ਸੀ ਦਰਸ਼ਨਪਾਲ, ਇੱਕ ਨਾਂ ਲੈਣਾ ਭੁੱਲ ਗਏ ਜੋਗਿੰਦਰ ਯਾਦਵ। ਠੀਕ ਹੈ, ਹਨਨ ਮੌਲਾ, ਕਵਿਤਾ, ਇਹ ਜਿਹੜੇ ਚੰਦ ਕਮਿਊਨਿਸਟ ਨੇ, ਇਹ ਲੈਫਟਿਸਟ ਨੇ, ਇਹ ਸਾਡੀ ਗੱਲ ਨਹੀਂ ਬਣ ਦਿੰਦੇ।
ਨਹੀਂ ਤਾਂ ਸਾਰੇ ਲੋਕ ਕਿਸਾਨ ਜਥੇਬੰਦੀਆਂ ਮੰਨੀਆਂ ਹੋਈਆਂ ਨੇ, ਉਹਨਾਂ ਦੀਆਂ ਲਗਭਗ ਸਾਰੀਆਂ ਹੀ ਗੱਲਾਂ ਮੰਨ ਲਈਆਂ ਜੋ ਉਹ ਕਹਿੰਦੇ ਆ। ਹੁਣ ਤਾਂ ਖਾਮ-ਖਾਹ ਦਾ ਅੰਦੋਲਨ ਲੰਬਾ ਕੀਤਾ ਜਾ ਰਿਹਾ। ਹੁਣ ਕਿਸਾਨਾਂ ਨੇ ਜਿਹੜੀ ਪਹਿਲਾਂ 7 ਮੈਂਬਰ ਦੀ ਕਮੇਟੀ ਸੀ, ਫਿਰ ਉਹਨਾਂ ਨੇ ਉਹ 9 ਮੈਂਬਰ ਦੀ ਬਣਾ ਲਈ। ਗਰੇਵਾਲ ਸਾਹਿਬ ਦਿਲ ਵੱਡਾ ਹੀ ਦਿਖਾ ਦਿਓ ਨਾ, ਰੱਦ ਕਰ ਦੇਣੇ ਚਾਹੀਦੇ ਆ ਜੇ ਲੋਕਾਂ ਨੂੰ ਪਸੰਦ ਹੁਣੇ ਰੱਦ ਨਹੀਂ ਹੋਣੇ, ਇਹ ਨਹੀਂ ਹੋਣੇ। ਬੀਜੇਪੀ ਕਹਿੰਦੇ ਕਿ ਸਾਡਾ ਦਿਲ ਬਹੁਤ ਵੱਡਾ ਹੈ, ਨਰਿੰਦਰ ਮੋਦੀ ਸਾਹਿਬ ਕਹਿੰਦੇ ਕਿ ਸਾਡਾ ਦਿਲ ਬਹੁਤ ਵੱਡਾ ਹੈ। ਦੇਖੋ, ਵਿਵਸਥਾ ਚਲਾਉਣ ਲਈ ਕਾਨੂੰਨ ਜ਼ਰੂਰੀ ਹੁੰਦੇ ਆ, ਸਿਸਟਮ ਨੂੰ ਚਲਾਉਣ ਦੇ ਲਈ ਜ਼ਰੂਰੀ ਹੈ ਜਾਂ ਨਹੀਂ ਹੈ? ਕਾਨੂੰਨ ਹੈ ਕੀ, ਪਹਿਲਾਂ ਮੈਨੂੰ ਇਹ ਦੱਸੋ। ਕਾਨੂੰਨ ਹੈ ਕਿ ਕਾਗਜ਼ ਦੇ ਉੱਪਰ ਜੋ ਮਦਾਂ ਲਿਖੀਆਂ ਹੋਈਆਂ ਨੇ ਉਹ ਕਾਨੂੰਨ ਆ। ਜਦੋਂ ਉਹਨਾਂ ਨੂੰ ਇਹ ਕਹਤਾ ਕਿ ਭਾਈ ਤੁਸੀਂ 5 ਮੈਂਬਰ ਦੀ ਕਮੇਟੀ ਬਣਾ ਲਓ, ਇਹ ਤਾਂ ਇੰਨੇ ਬੇਈਮਾਨ ਨੇ, ਉਹ ਮੈਂ ਦੱਸ ਰਿਹਾ। ਕਿਸਾਨ ਲੀਡਰ ਆ ਜਿਹੜੇ, ਕਿਸਾਨ ਨਹੀਂ ਹੈ ਬੇਈਮਾਨ, ਐਵੇਂ ਲੋਕਾਂ ਦੇ ਮੂੰਹ 'ਚ ਗਲਤ ਗੱਲ ਪਾਵੋ। 5 ਲੀਡਰ ਕੌਣ ਨੇ ਜੀ? ਦੱਸ ਤਾਂ ਦਿੱਤੇ ਤੁਹਾਨੂੰ, ਹੋਰ ਕੀ ਉਹ ਤਾਂ ਤੁਸੀਂ ਕਹਿੰਦੇ, ਤੁਸੀਂ ਖੁਦ ਕਹਿੰਦੇ ਹੋ ਕਿਸਾਨ ਹੀ ਨਹੀਂ ਹੈਗੇ। ਗੱਲ ਤਾਂ ਸੁਣੋ। ਉਹਨਾਂ ਨੂੰ ਕਿਹਾ ਕਿ 5 ਮੈਂਬਰ ਦੀ ਕਮੇਟੀ ਬਣਾ ਲਓ, ਆਹ ਜਿਹੜੀਆਂ ਮਦਾਂ ਨੇ ਇਹ ਜਿਹੜੀਆਂ ਤੁਸੀਂ ਇਹਦੇ 'ਚ ਲਿਖਣਾ ਚਾਹੁੰਦੇ ਹੋ ਲਿਖ ਦਿਓ, ਜਿਹੜੀਆਂ ਕੱਟਣੀਆਂ ਚਾਹੁੰਦੇ ਹੋ ਕੱਟ ਦਿਓ। ਫਿਰ ਰੱਦ ਕਰਵਾਉਣਾ ਕਿਉਂ ਕਹਾਉਣਾ ਚਾਹੁੰਦੇ ਆ? ਕਿਉਂਕਿ ਉਹ ਦੇਸ਼ ਦੀ ਨੱਕ ਵੱਢਣਾ ਚਾਹੁੰਦੇ ਆ ਕਿ ਇੱਥੋਂ ਦੀ ਸਰਕਾਰ ਕਮਜ਼ੋਰ ਆ, ਇਹ ਸਾਡੇ ਪ੍ਰਧਾਨ ਮੰਤਰੀ ਕਮਜ਼ੋਰ ਆ, ਇਹ ਕਰਨਾ ਚਾਹੁੰਦੇ ਆ। ਉਹ ਸਰਕਾਰ ਦਾ ਚਿਹਰਾ ਖਰਾਬ ਕਰਨਾ ਚਾਹੁੰਦੇ ਆ, ਹੋਰ ਕੁਝ ਨਹੀਂ ਹੈ। ਇਹਦੇ ਨਾਲ ਪ੍ਰਧਾਨ ਮੰਤਰੀ ਦੇ ਅਕਸ ਤੇ ਫਰਕ ਪਊਗਾ, ਤੁਸੀਂ ਸੋਚਦੇ ਹੋ ਕਿ ਪਊਗਾ? 50 ਕਾਨੂੰਨ ਹੋਰ ਬਣੇ ਹੋਏ ਨੇ, ਫਿਰ ਅਲੱਗ-ਅਲੱਗ ਵਰਗ ਉੱਠਣਗੇ, ਸਾਡੇ ਵੀ ਰੱਦ ਕਰੋ। ਇਹ ਤਾਂ ਉਹ ਅਫਰਾ ਤਫਰੀ ਕਾਮਰੇਡ ਫਲਾਉਣਾ ਚਾਹੁੰਦੇ ਆ। ਇਹ ਡਰ ਹੈ ਕਿ ਜੇਕਰ ਇੱਕ ਵਾਰ ਕਿਸਾਨਾਂ ਦੀ ਮੰਨ ਲਈ ਤਾਂ ਬਾਕੀ ਵੀ ਉੱਠ ਜਾਣਗੇ। ਅਰੇ ਇਹ ਵੀ ਨਹੀਂ ਰੱਦ ਹੋਣਾ, ਡਰ ਕਾਹਦਾ ਹੋਣਾ ਸਾਨੂੰ? ਸਰਕਾਰ ਇੰਨੀ ਕਮਜ਼ੋਰ ਨਹੀਂ ਹੈ, ਸਾਡਾ ਲੀਡਰ ਇੰਨਾ ਕਮਜ਼ੋਰ ਨਹੀਂ ਹੈ। ਕਿਤੇ ਇਹੀ ਗੱਲ ਤਾਂ ਨਹੀਂ, ਜਿਵੇਂ ਕਿਸਾਨ ਲੀਡਰ ਵੀ ਕਹਿੰਦੇ ਆ ਕਿ ਸਰਕਾਰ ਬਹੁਮਤ ਦੇ ਵਿੱਚ ਬੈਠੀ ਹੈ, ਇਸ ਵੇਲੇ ਹੰਕਾਰ ਦੇ ਵਿੱਚ ਹੈ, ਇਸ ਲਈ ਕੁਝ ਵੀ ਮੰਨਣ ਨੂੰ ਤਿਆਰ। ਸਾਡਾ ਬਹੁਮਤ ਉਹ ਕਿੱਥੋਂ ਰੋਕ ਦੇਣਗੇ ਯਾਰ? ਉਹ ਤਾਂ ਹੁਣ ਵੈਸਟ ਬੰਗਾਲ ਗਏ ਜਾਂ ਆਸਾਮ ਗਏ, ਉੱਥੇ ਕੋਈ ਕਿਸਾਨ ਦਾ ਹਿੱਤ ਕਰਨ ਗਏ ਆ? ਇਹ ਮਮਤਾ ਨੇ ਕਿਸਾਨ ਦੇ ਨਾਲ ਸਭ ਤੋਂ ਬੁਰਾ ਕੀਤਾ। ਆ ਜਿਹੜਾ 2-2000 ਰੁਪਇਆ ਪ੍ਰਧਾਨ ਮੰਤਰੀ, ਉਹ ਸੀਐਮ ਵੀ ਇਦਾਂ ਹੀ ਬਣੀ ਸੀ, ਅੰਦੋਲਨ ਦੇ ਵਿੱਚੋਂ ਨਿਕਲ ਕੇ ਬਣੀ ਸੀਗੀ। ਗੱਲ ਤਾਂ ਸੁਣੋ, ਕਿਸਾਨ ਦਾ ਨੁਕਸਾਨ ਕੀਤਾ। ਉੱਥੇ ਜਾ ਕੇ ਬੀਜੇਪੀ ਦਾ ਵਿਰੋਧ ਕਰੋ ਤਾਂ ਵੋਟ ਕਿਹਨੂੰ ਕਹਿੰਦੇ? ਮਮਤਾ ਨੂੰ ਕਹਿੰਦੇ ਪਾਉਣ ਨੂੰ ਜਾਂ ਆਪਦੇ ਲੈਫਟਿਸਟਾਂ ਨੂੰ ਕਹਿੰਦੇ? ਇਹ ਤਾਂ ਨਹੀਂ ਕਹਿੰਦੇ ਜਿਹਨੂੰ ਮਰਜ਼ੀ ਪਾ ਦਿਓ, ਕਹਿੰਦੇ ਬਸ ਬੀਜੇਪੀ ਨੂੰ। ਹੋਰ ਉੱਥੇ ਹੈ ਕੌਣ? ਕਮਿਊਨਿਸਟ ਨੇ, ਉਹ ਮਰ ਗਈ ਜਮਾਤ, ਉੱਥੇ ਮਰ ਗਏ ਕਾਮਰੇਡ, ਔਰ ਉੱਥੇ ਕਾਂਗਰਸ ਵੀ ਮਰ ਗਈ। ਉੱਥੇ ਤਾਂ ਮਮਤਾ ਨਹੀਂ। ਸਾਡੀ ਵੋਟ ਕੀ ਟੁੱਟਣੀ ਹੈ? ਅਸੀਂ ਤਾਂ 2/3 ਮੈਜੋਰਟੀ ਲੈ ਕੇ ਜਿੱਤਣ ਜਾ ਰਹੇ ਹਾਂ, ਇਹਨਾਂ ਨੂੰ ਨਹੀਂ ਕੋਈ ਪੁੱਛਦਾ। ਮਤਲਬ ਕਿ ਇਹ ਤੁਸੀਂ ਭਵਿੱਖਬਾਣੀ ਕਰ ਰਹੇ ਹੋ ਇਹਨਾਂ ਦਾ? ਤੁਸੀਂ ਦੇਖਿਓ ਕਿ ਖੁਦ ਹੀ ਸ਼ਰਮਿੰਦਾ ਹੋਣਗੇ ਆਪਣੇ ਕੰਮਾਂ ਤੇ। ਇਹ ਜਿਹੜੇ ਕਿਸਾਨ ਲੀਡਰ ਨੇ, ਜਿਹੜੇ ਕਮਿਊਨਿਸਟ ਨੇ, ਇਹ ਤਾਂ ਲੋਕ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਆ। ਜਿੱਦਣ ਕਿਸਾਨਾਂ ਨੂੰ ਸਮਝ ਆ ਗਈ ਉਦੋਂ ਪਤਾ ਲੱਗੂ ਇਹਨਾਂ ਨੂੰ, ਫਿਰ ਇਹਨਾਂ ਨੂੰ ਸਮਝ ਆ ਜਾਊਗੀ ਵੀ ਕਿਵੇਂ। ਲੱਗਦਾ ਕਿ ਜੇਕਰ ਤੁਸੀਂ ਬੰਗਾਲ ਜਿੱਤ ਗਏ ਤਾਂ ਕਿਸਾਨਾਂ ਨੂੰ ਪਤਾ ਲੱਗ ਜਾਊ ਕਿ ਬੀਜੇਪੀ ਕਿੰਨੀ ਕੁ ਹੋਰ ਤਾਕਤਵਰ ਪਾਰਟੀ ਹੈ। ਉਹ ਤਾਂ ਪਤਾ ਹੀ ਹੈ ਇਹਨਾਂ ਨੂੰ। ਸਾਡੇ 14 ਕਰੋੜ ਤੋਂ ਵੱਧ ਮੈਂਬਰ ਆ, ਦੁਨੀਆ ਦਾ ਸਭ ਤੋਂ ਬੜਾ ਰਾਜਨੀਤਿਕ ਦਲ ਆ ਅਸੀਂ। ਇਹਨਾਂ ਨੂੰ ਕੀ ਪਤਾ ਲੱਗਣਾ? ਇਹਨਾਂ ਦਾ ਝੂਠ ਸੱਚ ਬੋਲ ਕੇ ਆਪਦਾ ਕੰਮ ਚਲਾ ਰਹੇ ਆ ਵਿਚਾਰੇ। ਇਹਨਾਂ ਦੇ ਫੀਲ ਲੈ ਰਹੇ ਆ, ਕਈ ਲੈ ਰਹੇ ਆ ਇਹਨਾਂ 'ਚੋਂ ਮੁੱਖ ਮੰਤਰੀ ਦੀ। ਇਹਨਾਂ ਨੂੰ ਇਹ ਨਹੀਂ ਪਤਾ ਕਿ ਕਿਤੇ ਲੱਭਣੀ ਨਹੀਂ ਹੈ। ਕਿਸਾਨ ਆਗੂ ਮਤਲਬ ਕਿ ਸਿਆਸਤ 'ਚ ਆ ਕੇ ਮੁੱਖ ਮੰਤਰੀ ਦਾ ਚਿਹਰਾ ਬਣਨਾ ਚਾਹੁੰਦੇ ਆ। ਅਰੇ ਇੰਨਾ ਮੁੱਖ ਮੰਤਰੀ ਤਾਂ ਲੋਕਾਂ ਨੇ ਬਣਾਉਣਾ ਹੁੰਦਾ। ਇਹ ਐਂ ਡੀਸੈਂਟ ਵੇ ਨਾਲ ਲੋਕਾਂ ਨੂੰ ਡੌਜ ਕਰਕੇ ਨਹੀਂ ਬਣ ਸਕਦੇ। ਇਹ ਬੜੀ ਗਲਤਫਹਿਮੀ 'ਚ ਨੇ। ਗਰੇਵਾਲ ਸਾਹਿਬ, ਚੋਣਾਂ ਵੀ ਆ ਰਹੀਆਂ ਨੇ ਜੀ, ਤਕਰੀਬਨ 8-9 ਮਹੀਨੇ ਰਹਿ ਗਏ ਹੈਗੇ ਆ। ਤੁਸੀਂ ਵੀ ਰਾਜਪੁਰੇ ਤੋਂ ਹੈਗੇ ਹੋ, ਤੁਹਾਡਾ ਹਲਕਾ ਹੈ ਜੀ। ਲੋਕਾਂ ਦਾ ਕੀ ਮਾਹੌਲ ਹੈ ਜੀ ਉੱਥੇ? ਲੋਕ ਇਸ ਸਭ ਦੇ ਕਿਸਾਨੀ ਸੰਘਰਸ਼ 'ਚ ਤੁਹਾਡਾ ਬੜਾ ਵਿਰੋਧ ਹੋਇਆ, ਬੜੇ ਤੁਹਾਨੂੰ ਸੋਸ਼ਲ ਮੀਡੀਆ ਤੁਹਾਨੂੰ ਟਰੋਲ ਕੀਤਾ ਜਾਂਦਾ, ਉਹ ਸਭ ਤੋਂ ਬਾਵਜੂਦ ਤੁਸੀਂ ਆਪਣੀ ਇੱਕ ਮਜ਼ਬੂਤ ਛਵੀ ਬਣਾ ਪਾਓਗੇ ਰਾਜਪੁਰੇ ਹਲਕੇ ਦੇ ਵਿੱਚ? ਹੈਗੀ ਆ, ਬਣਾਉਣੀ ਕੀ ਆ? ਹੈਗੀ ਆ ਮਜ਼ਬੂਤ। ਉਹ ਤਾਂ 15 ਦਿਨ 'ਚ ਠੀਕ ਹੋ ਜਾਣ ਦਿਓ। ਤਾਂ ਕਿਸਾਨਾਂ ਦਾ ਜਿਹੜਾ ਇਹਨਾਂ ਨੇ ਲੀਡਰਾਂ ਨੇ ਨਾਟਕ ਬਣਾਇਆ ਹੋਇਆ, ਇਹ ਖਤਮ ਹੋਣ ਦਿਓ, ਤੇ ਉਸ ਤੋਂ ਬਾਅਦ ਸਾਰਾ ਕੁਝ ਠੀਕ ਆ। ਕੋਈ ਸ਼ਕਤੀ ਪ੍ਰਦਰਸ਼ਨ ਜਾਂ ਚੋਣ ਰੈਲੀ ਇਦਾਂ ਤੁਸੀਂ ਕਰਕੇ ਦਿਖਾਓ? ਕਰਾਂਗੇ, ਰੋਡ ਸ਼ੋਅ ਵੀ ਕਰਾਂਗੇ, ਸਭ ਕਰਾਂਗੇ। ਦੰਦਾਂ ਦੇ ਸੜਕਾਂ ਤੇ ਘੁੰਮਾਂਗੇ, ਘਰ ਘਰ ਜਾਵਾਂਗੇ, ਪਿੰਡ ਪਿੰਡ ਜਾਵਾਂਗੇ। ਕੋਈ ਇਹੀ ਜਿਹੀ ਗੱਲ ਥੋੜਾ ਹੈਗੀ ਆ। ਵਿਰੋਧ ਦੀਆਂ ਖਬਰਾਂ ਵੀ ਆਉਂਦੀਆਂ ਹੁੰਦੀਆਂ? ਨਹੀਂ, ਵਿਰੋਧ ਦੀਆਂ ਖਬਰਾਂ ਹੈਗੀਆਂ ਨੇ। ਉਹ 2-4 ਨੇ, ਜਿਵੇਂ ਇੱਕ ਉੱਥੇ ਗੁਰਦੁਆਰਾ ਸਾਹਿਬ 'ਚ ਬੈਠਾ ਬਾਬਾ ਬਾਘਾ, ਇਹ ਗੁਰਦੁਆਰਿਆਂ 'ਚ ਮੁਹਿੰਮ ਚਲਾਉਂਦੇ ਆ। ਇਹਨਾਂ ਦਾ ਕੁਝ ਨਹੀਂ ਚੱਲਣਾ। ਉਹ ਤਾਂ ਭਾਲੇ ਨਹੀਂ ਲੱਭਣੇ। ਲੋਕਾਂ ਨੇ ਉਹਨਾਂ ਨੂੰ ਵੀ ਲੱਭ ਕੇ ਬਾਹਰ ਕੱਢਣਾ ਕਿ ਗੁਰਦੁਆਰਿਆਂ 'ਚ ਤੁਹਾਨੂੰ ਇਸ ਵਾਸਤੇ ਬਿਠਾਇਆ ਗੁੰਡਾਗਰਦੀ ਕਰਨ ਨੂੰ। ਇਹ ਸਾਰਾ ਕੁਝ ਇਹਨਾਂ ਦਾ ਇੰਤਜ਼ਾਮ ਹੋ ਜੂ, ਬਨੂੜ ਚਾਹੇ। ਹਾਂ, ਹੁਣ ਤੁਸੀਂ ਚੱਲੇ ਹੋ ਜੀ ਖੇਤੀਬਾੜੀ ਮੰਤਰੀ ਹੋਰਾਂ ਨੂੰ ਮਿਲਣ ਵਾਸਤੇ? ਬਿਲਕੁਲ ਜਾਵਾਂਗੇ। ਇੱਥੇ ਕੀ ਕਹੋਗੇ ਜੀ ਉਹਨਾਂ ਨੂੰ? ਦੇਖੋ, ਇੱਕ ਤਾਂ ਆੜਤੀਆਂ ਦੀ ਗੱਲ ਆ, ਉਹਦੇ 'ਚ ਆੜਤੀਆਂ ਦਾ ਇਹ ਆ ਕਿ ਇਹ ਪਾਇਲਟ ਪ੍ਰੋਜੈਕਟ ਪਹਿਲਾਂ ਸ਼ੁਰੂ ਹੋਣਾ ਚਾਹੀਦਾ ਪੰਜਾਬ 'ਚ। ਉਹਦੇ ਨਾਲ ਉਹਨਾਂ ਦੀ ਵੀ ਵਿਵਸਥਾ ਠੀਕ ਹੋਵੇ ਤੇ ਉਹਨਾਂ ਦੀ ਵੀ ਠੀਕ ਹੋਵੇ। ਇਹ ਕੰਮ ਕਿਹਨੇ ਵਿਗਾੜਿਆ? ਆ ਕਿਸਾਨ ਲੀਡਰਾਂ ਨੇ, ਇਸ ਅੰਦੋਲਨ ਨੂੰ ਲੰਬਾ ਕਰਕੇ। ਨਹੀਂ ਤਾਂ ਬਹੁਤ ਸਾਰੀਆਂ ਗੱਲਾਂ ਇੱਕ ਦੂਜੇ ਨਾਲ ਕਰ ਸਕਦੇ ਸੀ। ਆੜਤੀਆ ਸਭ ਤੋਂ ਬੜਾ ਆੜਤੀਆ ਕੌਣ ਆ? ਜੇ ਕਿਸਾਨ ਤੇ ਆੜਤੀਏ ਦਾ ਸੰਬੰਧ ਖਰਾਬ ਹੋ ਜਾਏ ਤਾਂ ਨੁਕਸਾਨ ਕਿਹਦਾ ਹੁੰਦਾ? ਕਿਸਾਨ ਦਾ। ਕੀ ਨੁਕਸਾਨ ਹੁੰਦਾ? ਕਿਸਾਨ ਨੇ ਬੀਜ ਪਾਉਣਾ ਤਾਂ ਵੀ ਆੜਤੀਏ ਨੂੰ ਕਹਿਣਾ 10,000 ਭੇਜ ਦੀ, ਯਾਰ 20,000 ਭੇਜ ਦੀ। ਉਹਨੇ ਭੇਜ ਦੇਣਾ, ਬੈਂਕ ਭੇਜ ਦੂ ਇੱਦਾਂ। ਜੇ ਕਿਸਾਨ ਨੇ ਖਾਦ ਪਾਉਣੀ ਆ ਤਾਂ ਵੀ ਭੇਜ ਦੇ 50,000 ਰੁਪਇਆ।
ਬੈਂਕ ਭੇਜ ਦੂਗਾ, ਵਿਵਸਥਾ ਨਹੀਂ ਹੈ ਸਾਡੇ ਇਸ ਤਰ੍ਹਾਂ ਦੀ। ਤੇ ਉਹ ਤਾਂ ਅੱਧੀ ਰਾਤ ਨੂੰ ਕਹੋ ਅੱਧੀ ਰਾਤ ਨੂੰ ਭੇਜ ਦਿੰਦਾ ਵੀ ਮੇਰੇ ਕਿਸਾਨ ਦੀ ਫਸਲ ਅੱਛੀ ਹੋਊਗੀ ਤਾਂ ਆੜ੍ਹਤੀਏ ਨੂੰ ਲੱਗਦਾ ਕਿ ਮੇਰਾ ਪੈਸੇ ਦੀ ਵਾਪਸੀ ਹੋਊਗੀ। ਗਰੇਵਾਲ ਸਾਹਿਬ ਉਹੀ ਨਾ, ਸੁਣ ਲਓ ਗੱਲ ਜਿਹੜੀ ਮੈਂ ਦੱਸਦਾ। ਸਭ ਤੋਂ ਬੜਾ ਆੜ੍ਹਤੀਆ ਕੌਣ ਹੈ ਇਸ ਦੇਸ਼ ਦਾ? ਸਭ ਤੋਂ ਬੜਾ ਆੜ੍ਹਤੀਆ ਭਾਰਤ ਸਰਕਾਰ ਆ। FCI ਹੈ ਨਾ, ਕਿਹਦੀ ਆ ਉਹ? ਭਾਰਤ ਸਰਕਾਰ ਦੀ ਹੈ ਨਾ। FCI ਵੀ ਤੋੜਨ ਗੱਲ ਤਾਂ ਸੁਣ ਲਓ, ਉਹ ਤਾਂ ਬਾਤ ਤੁਸੀਂ ਤਾਂ ਅੱਗੇ ਪਹੁੰਚ ਜਾਂਦੇ ਹੋ, ਪਹਿਲਾਂ ਮੇਰੀ ਗੱਲ ਸੁਣ ਲਓ। ਹੁਣ ਸਭ ਤੋਂ ਬੜੇ ਆੜ੍ਹਤੀਏ ਨਾਲ ਇਹਨਾਂ ਨੇ ਸੰਬੰਧ ਖਰਾਬ ਕਰ ਲਿਆ, ਕਾਮਰੇਡਾਂ ਨੇ ਕਰਵਾਤੇ ਕਿਸਾਨ ਦੇ। ਉਹਦੇ ਕਰਕੇ ਇੱਕ ਦੂਜੇ ਦੀ ਜਦੋਂ ਗੱਲ ਹੀ ਨਹੀਂ ਸੁਣਨੀ, ਸੰਵੇਦਨਹੀਨ ਹੋ ਜਾਣਾ ਇੱਕ ਦੂਜੇ ਲਈ, ਤੇ ਇਹ ਸਮੱਸਿਆਵਾਂ ਪੈਦਾ ਹੁੰਦੀਆਂ ਨੇ। ਇਹ ਆਪਦੀ ਗਲਤੀ ਮੰਨਦੇ ਨਹੀਂ ਹੈ, ਕਿਸਾਨ ਨੂੰ ਦੂਜੇ ਪਾਸੇ ਸਮਝਾਉਣ ਦੀ ਕੋਸ਼ਿਸ਼ ਕਰਦੇ ਆ। ਜਦੋਂ ਕਿਸਾਨ ਨੂੰ ਇਹ ਸਾਰੀਆਂ ਗੱਲਾਂ ਸਮਝ ਆ ਗਈਆਂ, ਇਹਨਾਂ ਦੇ ਬਹੁਤ ਇਹ ਭੱਜੇ ਨਹੀਂ, ਲੱਭੇ ਨਹੀਂ ਉੱਥੇ ਹੋਣੇ। ਜਿਵੇਂ ਸਾਨੂੰ ਕਹਿੰਦੇ ਆ ਪਿੰਡਾਂ 'ਚ ਰੋਕਦੇ ਐਂ ਕਰਦੇ ਆ, ਅਸੀਂ ਤਾਂ ਪਿੰਡਾਂ 'ਚ ਫਿਰ ਵੀ ਅੱਜ ਵੀ ਚਲੇ ਜਾਂਦੇ ਹਾਂ। ਇਹ ਤਾਂ ਕਿਤੇ ਨੇੜੇ ਤੇੜੇ ਨਹੀਂ ਦਿਖਾਈ ਦੇਣੇ ਇਲਾਕਿਆਂ ਦੇ। ਇਹਨਾਂ ਦੇ ਬਹੁਤ ਮਾਰ ਪੈਣੀ ਆ, ਕਿਸਾਨਾਂ ਨੇ ਕੁੱਟਣੇ ਆ। ਇਹਨਾਂ ਨੇ ਬਹੁਤ ਨੁਕਸਾਨ ਕੀਤਾ ਕਿਸਾਨ ਦਾ, ਇਹਨਾਂ ਨੇ ਪਾਪ ਕੀਤਾ। ਇਹ ਦੁਸ਼ਟ ਨੇ, ਇਹ ਅਪਰਾਧੀ ਨੇ ਜਿਹੜੇ 5-7 ਬੰਦੇ ਲੱਗੇ ਹੋਏ ਆ। ਗਰੇਵਾਲ ਸਾਹਿਬ ਤੁਸੀਂ ਸਮਝਦੇ ਹੋ ਕਿਸਾਨ ਤੇ ਆੜ੍ਹਤੀਏ ਦਾ ਰਿਸ਼ਤਾ ਸਮਝਦੇ ਹੋ? ਤੁਸੀਂ ਕਿਹਾ ਕਿ ਇਹਦੇ ਨਾਲ ਆੜ੍ਹਤੀਏ ਤੇ ਕਿਸਾਨ ਦਾ ਰਿਸ਼ਤਾ ਖਤਮ ਹੋ ਜਾਊਗਾ, ਪਹਿਲਾਂ ਪਾਇਲਟ ਪ੍ਰੋਜੈਕਟ ਚਲਾਉਣਾ ਚਾਹੀਦਾ ਇਹਨਾਂ ਨੂੰ। ਇਹ ਕਹਿੰਦੇ ਆ ਕਿ ਚਲੋ ਠੀਕ ਹੈ, ਪਰ ਤੁਹਾਡੀ ਸਰਕਾਰ ਖੁਦ ਵਿਗਾੜਨ ਤੇ ਆਈ ਹੈ ਨਾ ਆੜ੍ਹਤੀਆਂ ਤੇ ਕਿਸਾਨਾਂ ਦੇ ਰਿਸ਼ਤੇ ਨੂੰ। ਤੇ ਜਿਹੜਾ 3 ਖੇਤੀਬਾੜੀ ਕਾਨੂੰਨ ਆ ਉਹ ਵੀ ਇਹੀ ਕਹਿ ਰਿਹਾ ਕਿ ਆੜ੍ਹਤੀਏ ਦਾ ਰੋਲ ਹੀ ਖਤਮ ਹੋ ਜਾਊ, ਮੰਡੀ ਖਤਮ ਹੋ ਜਾਊਗੀ। ਅਰੇ ਨਹੀਂ, ਮੰਡੀ ਖਤਮ ਹੁੰਦੀ ਕਿਤੇ ਵੀ। ਇਹਨਾਂ ਨੇ ਕਿਹਾ ਓਪਨ ਮੰਡੀ ਕਰਤੀ, ਉਹ ਦਲੀਲ ਵੀ ਦਿੰਦੇ ਆ। ਸੁਣ ਲਓ, ਓਪਨ ਮੰਡੀ ਕਿੱਥੋਂ ਕਰਤੀ ਇਹਨਾਂ ਨੇ? ਜਦੋਂ ਗੱਲਬਾਤ ਹੋਈ ਹੈ ਸਾਰੀ ਬੈਠ ਕੇ, ਅਸੀਂ ਜੇ ਕਾਨੂੰਨ ਗਲਤ ਹੁੰਦੇ ਉਹਨਾਂ 'ਚੋਂ ਕੱਟਿਆ ਜਾਂਦਾ ਕੁਝ, ਉਹਨਾਂ 'ਚ ਸਿਰਫ ਜੋੜਿਆ ਗਿਆ, ਕੱਟਿਆ ਕੁਝ ਨਹੀਂ ਗਿਆ। ਇਹਨਾਂ ਦੀ ਸਹਿਮਤੀ ਨਾਲ ਹੋਇਆ ਸਾਰਾ। 11 ਵਾਰ 7-7 ਘੰਟੇ ਬੈਠ ਕੇ ਹੋਇਆ। ਬਾਹਰ ਆ ਕੇ ਸਹੀ ਗੱਲਾਂ ਨਹੀਂ ਦੱਸਦੇ, ਇਹ ਲੋਕਾਂ ਕੋਲ ਝੂਠ ਬੋਲਦੇ ਆ। ਤੁਸੀਂ ਅਗਲੇ ਦਿਨ ਮੀਟਿੰਗ 'ਚ ਕਹਿੰਦੇ ਨਹੀਂ ਸੀ ਭਾਈ ਕਿ ਅੰਦਰ ਕੁਝ ਹੋਰ ਬਾਹਰ ਕੁਝ ਹੋਰ? ਕਹਿੰਦੇ ਹੀ ਅਸੀਂ, ਮੈਂ ਤੁਹਾਡੇ ਕੋਲ 5000 ਵਾਰ ਤਾਂ ਤੁਹਾਡੇ ਟੀਵੀ ਤੇ ਬੋਲਤਾ, ਹੋਰ ਕਿੱਥੇ ਬੋਲਾਂ ਜਾ ਕੇ? ਵਾਰ-ਵਾਰ ਮੀਟਿੰਗਾਂ 'ਚ ਵੀ ਸੱਦਦੇ ਸੀ ਨਾ, ਜੇ ਬਾਹਰ ਜਾ ਕੇ ਕੋਈ ਹੋਰ ਬਿਆਨ ਦਿੰਦੇ ਸੀ ਉਹ। ਅਰੇ ਬਾਈ ਗੱਲ ਸੁਣੋ, ਇਹਨਾਂ ਨੇ ਕਿਹਾ ਕਿ ਕਿਸਾਨ ਨੂੰ ਕਹਤਾ ਵੀ ਜ਼ਮੀਨ ਤੇ ਕਬਜ਼ਾ ਹੋ ਜੂ। ਇਹਨਾਂ ਨੇ ਕਿਹਾ ਜੀ ਸਾਨੂੰ ਕੋਰਟ ਜਾਣ ਦਾ ਅਧਿਕਾਰ ਦੇ ਦਿਓ। ਅਮਿਤ ਸ਼ਾਹ ਜੀ ਨੇ ਕਿਹਾ ਲੈ ਵੀ ਕੋਰਟ ਜਾਣ ਦਾ ਅਧਿਕਾਰ ਦਿੱਤਾ, ਨਾਲ ਫਾਸਟ ਟਰੈਕ ਕੋਰਟ ਬਣਾਤੀ। ਜੁੜ ਗਿਆ ਨਾ ਉਹਦੇ 'ਚ, ਗੱਲ ਖਤਮ ਹੋਈ ਨਾ, ਉਹ ਖਦਸ਼ਾ ਖਤਮ ਹੋ ਗਿਆ ਇਹਨਾਂ ਦਾ। ਉਸ ਤੋਂ ਬਾਅਦ ਇਹਨਾਂ ਨੇ ਕਿਹਾ ਜੀ ਸਾਡੀ ਮੰਡੀ 'ਚ ਜਿਹੜਾ ਕਾਨੂੰਨ ਆ, ਆੜ੍ਹਤੀਆ ਅੰਦਰ ਖਰੀਦ ਕਰਦਾ, ਅੰਦਰ ਵੀ ਉਹੀ ਕਾਨੂੰਨ ਲਾਗੂ ਹੋਵੇ ਤੇ ਬਾਹਰ ਵੀ ਉਹੀ ਹੋਵੇ। ਉਹਨਾਂ ਨੇ ਕਿਹਾ ਚਲੋ ਇਹ ਵੀ ਕਰਤਾ, ਸਟੇਟ ਦਾ ਹੀ ਕਾਨੂੰਨ ਬਾਹਰ ਲਾਗੂ, ਸਟੇਟ ਦਾ ਹੀ ਅੰਦਰ। ਉਹ ਇੱਕੋ ਗੱਲ ਹੋ ਗਈ ਨਾ। ਬਾਹਰ ਪਹਿਲਾਂ ਵੀ ਖਰੀਦ ਵੇਚ ਹੁੰਦੀ ਹੈ ਕਿ ਨਹੀਂ ਹੁੰਦੀ? ਤੇ ਆ ਜਿਹੜਾ ਹੁਣ ਉਹ ਕਣਕ ਦਾ ਬੀਜ ਆਇਆ ਤੇ ਉਹ ਜਿਹੜਾ ਉਹ ਬਾਹਰ ਹੀ ਵਿਕਦਾ, ਉਹ ਤਾਂ ਇਸ ਤੇ MSP ਦੇ ਰੇਟ ਤੋਂ ਬਹੁਤ ਜ਼ਿਆਦਾ ਵਿਕਦਾ। ਠੀਕ ਹੈ, ਤੇ ਇਹ ਇਸੇ ਤਰ੍ਹਾਂ ਹੀ ਉਹ ਕਾਲੀ ਕਣਕ ਉਹਨੂੰ ਕਹਿੰਦੇ ਆ ਸ਼ਾਇਦ, ਉਹ ਆਈ ਹੈ। ਤੇ ਇਸੇ ਤਰ੍ਹਾਂ ਹੀ ਮੱਧ ਪ੍ਰਦੇਸ਼ ਦੀ ਕਣਕ ਆ ਕੇ ਇੱਥੇ ਮਹਿੰਗੀ ਵਿਕਦੀ ਹੈ। ਠੀਕ ਹੈ, ਰਾਜਸਥਾਨ ਦੀ ਕਣਕ ਮਹਿੰਗੀ ਵਿਕਦੀ ਹੈ, ਇੱਕ 2800 ਰੁਪਏ ਵਿਕਦੀ ਹੈ, ਇੱਕ 3500 ਰੁਪਏ ਕੁਇੰਟਲ ਵਿਕਦੀ ਹੈ। ਫਿਰ ਤੇ ਉਹ ਜੇ ਮਹਿੰਗੀ ਵਿਕਦੇ, ਜੱਟ ਮਹਿੰਗੀ ਵੇਚੂ ਨਾ ਜਾ ਕੇ, ਕਿਸਾਨ ਮਹਿੰਗੀ ਵੇਚੂ। ਤੇ ਉਹਨਾਂ ਨੇ ਕਹਿਤਾ ਵੀ ਬਾਹਰ ਵੀ ਉਹੀ ਕਾਨੂੰਨ ਲਾਗੂ ਹੋ, ਅੰਦਰ ਵੀ ਹੋਈ, ਉਹ ਗੱਲ ਖਤਮ ਹੋ ਗਈ। ਫਿਰ ਜਿਹੜੇ ਖਦਸ਼ੇ ਇਹਨਾਂ ਨੇ ਜ਼ਾਹਿਰ ਕੀਤੇ ਸਾਰੇ ਠੀਕ ਕਰਤੇ ਸੀ। ਫਿਰ ਇਹਨਾਂ ਨੂੰ ਕਿਹਾ ਕਿ ਭਾਈ ਹੁਣ ਤੁਸੀਂ ਇਹ ਖਤਮ ਕਰ ਦਿਓ ਆਪਣੇ ਅੰਦੋਲਨ। ਕਹਿੰਦੇ ਜੀ ਇਹ ਨਹੀਂ ਖਤਮ ਕਰ ਸਕਦੇ। ਅਸੀਂ ਤਾਂ ਕਹਿ ਕੇ ਲਿਆਏ ਸੀ ਕਿ ਅਸੀਂ ਕਾਨੂੰਨ ਰੱਦ ਕਰਾ ਕੇ ਲਿਆਵਾਂਗੇ, ਲੋਕਾਂ ਨੂੰ ਕਹਿ ਕੇ ਆਏ ਸੀ। ਹੁਣ ਲੋਕਾਂ ਨੇ ਸਾਡੀ ਗੱਲ ਨਹੀਂ ਮੰਨਣੀ, ਸਾਨੂੰ ਮਾਰ ਦੇਣਗੇ। ਬਈ ਇਹ ਤੁਹਾਡੀ ਕਮਜ਼ੋਰੀ ਹੈ, ਤੁਸੀਂ ਝੂਠ ਬੋਲ ਕੇ ਲੋਕਾਂ ਨੂੰ ਲੈ ਆਏ, ਤੁਹਾਨੂੰ ਮਾਰ ਦੇਣਗੇ। ਹੁਣ ਤਾਂ ਹੀ ਤਾਂ ਲੱਖੇ ਸਿਧਾਣੇ ਨੂੰ ਨਾਲ ਲਿਆ, ਕਿਉਂਕਿ ਉਹਦੇ ਨਾਲ ਯੂਥ ਜ਼ਿਆਦਾ ਹੈਗਾ ਤੇ ਇਹ ਸੋਚਦੇ ਕਿ ਸਾਨੂੰ ਕੁੱਟ ਨਾ ਮਾਰ ਦੇਣ, ਉਹਨੂੰ ਕਹਿਣਗੇ ਕਿਸ ਤਰ੍ਹਾਂ ਸਾਡੀ ਜਾਨ ਬਚਾ। ਲੱਗਦਾ ਕਿ ਲੋਕ ਥੋੜਾ ਤਬਕਾ ਤਾਂ ਵੀ ਜੁੜਿਆ ਸੀ ਕਿਉਂਕਿ ਲੱਖਾ ਸਿਧਾਣਾ ਨਾਲ ਸੀ। ਖਾਲੀ ਲੱਖਾ ਸਿਧਾਣਾ ਨਹੀਂ, ਇਹਨਾਂ ਨਾਲ ਤਾਂ ਬਹੁਤੇ ਤਾਂ ਇਹਨਾਂ ਨੇ ਗੁੰਡੇ ਹੀ ਜੋੜ ਰੱਖੇ ਆ। ਗੁੰਡਾ ਕਿਹਨੂੰ ਕਹਿ ਰਹੇ ਹੋ ਜੀ? ਗੁੰਡਾਗਰਦੀ ਨਹੀਂ ਹੈ ਜਿਹੜੀ ਉੱਥੇ ਕੀਤੀ ਆ ਸਾਡੇ MLA ਨਾਲ। ਇਹ ਚੰਗਾ ਕੰਮ ਕੀਤਾ, ਇਹਦੀ ਜਿੰਨੀ ਨਿੰਦਾ ਕੀਤੀ ਜਾਵੇ। ਡੈਮੋਕ੍ਰੇਸੀ 'ਚ ਇਹਨਾਂ ਚੀਜ਼ਾਂ ਦੀ ਜਗ੍ਹਾ ਨਹੀਂ ਹੈ। ਮੌਬ ਲਿੰਚਿੰਗ ਕਹਿੰਦੇ ਇਹਨੂੰ, ਜਿਹੜੀ MLA ਨਾਲ ਕੀਤੀ ਆ। ਹੁਣ ਕੀ ਕਰ ਰਹੇ ਆ? ਪੁਲਿਸ ਨਾਲ ਮਿਲੀ ਹੋਈ ਆ, ਕੇਸ ਕੋਈ ਠੀਕ ਬਣਾਇਆ ਨਹੀਂ ਹੈ ਕਿ ਉਹਨਾਂ ਨੂੰ ਸਜ਼ਾ ਮਿਲੇ। 21 ਬੰਦੇ ਹੋਰ ਲੈ ਕੇ ਚਲੇ ਗਏ। ਉਹ ਡੱਲੇਵਾਲ ਬੜਾ ਰੀਡਰ ਬਣਿਆ ਫਿਰਦਾ। ਕੱਲ ਤੱਕ ਗ੍ਰਿਫਤਾਰੀਆਂ ਦੇਣ ਵਾਸਤੇ ਪਹੁੰਚ ਗਏ ਸੀਗੇ ਜੀ। ਕਿੰਨੀਆਂ ਗ੍ਰਿਫਤਾਰੀਆਂ ਦੇ ਰਹੇ ਨੇ, ਕੋਈ ਸਖਤ ਕੇਸ ਹੀ ਨਹੀਂ ਬਣਾਇਆ। ਔਰ ਡੱਲੇਵਾਲ ਨੇ ਗੱਲ ਕਰ ਲਈ, ਆਪਸ 'ਚ ਮਿਲ ਗਏ। ਰੁੱਦੂ ਹੋਣਾ ਨੇ, ਭੋਗ ਸਿੰਘ ਹੋਣਾ ਨੇ, ਸਾਰਿਆਂ ਨੇ ਪੁਲਿਸ ਨਾਲ ਤਾਲਮੇਲ ਬਿਠਾ ਕੇ ਸਟੇਟ ਨਾਲ। ਕੈਪਟਨ ਅਮਰਿੰਦਰ ਦੇ ਤਾਂ ਬੰਦੇ ਆ, ਉਹੀ ਤਾਂ ਇਹਨਾਂ ਨੂੰ ਚਲਾਉਂਦਾ, ਰੁੱਦੂ ਸਿੰਘ ਨੂੰ, ਭੋਗ ਸਿੰਘ ਨੂੰ, ਸਾਰਿਆਂ ਨੂੰ। ਠੀਕ ਹੈ, ਕਾਂਗਰਸੀ ਬੰਦੇ ਤੁਸੀਂ ਕਹਿੰਦੇ, ਸਰਕਾਰ ਦੇ ਬੰਦੇ ਆ ਇਹ। ਰੁੱਦੂ ਸਿੰਘ ਮਾਨਸਾ ਉਹ ਐਜੀਟੇਸ਼ਨ ਹੀ ਇਹਨੇ ਚਲਵਾਈ ਹੋਈ ਹੈ ਕੈਪਟਨ ਅਮਰਿੰਦਰ ਨੇ। ਸਟੇਟ ਸਪੌਂਸਰਡ ਸਾਰਾ ਕੰਮ ਆ। ਸਾਡੇ ਵਰਕਰਾਂ ਤੇ ਰਾਜਨੀਤਿਕ ਆਤੰਕਵਾਦ ਫੈਲਾਇਆ ਜਾ ਰਿਹਾ ਇਹਨਾਂ ਦੇ ਦੁਆਰਾ, ਇਹਨਾਂ ਦੇ ਗੁੰਡਿਆਂ ਦੇ ਦੁਆਰਾ। ਔਰ ਬਰਦ ਹਸਤਾ ਕੈਪਟਨ ਅਮਰਿੰਦਰ ਸਿੰਘ ਦਾ, ਇਹਦਾ ਵੀ ਹਿਸਾਬ ਹੋਊਗਾ ਆਖਰ 'ਚ। ਐਸੀ ਗੱਲ ਨਹੀਂ ਹੈ। ਡੈਮੋਕ੍ਰੇਸੀ ਜਿਹੜੀ ਆ ਉਹ ਟ੍ਰੈਡੀਸ਼ਨਸ ਤੇ ਬੇਸ ਕਰਦੀ ਹੈ, ਗਲਤ ਪਰੰਪਰਾਵਾਂ ਪਾ ਰਹੇ ਨੇ। ਗਰੇਵਾਲ ਸਾਹਿਬ ਤੁਸੀਂ ਕਿਹਾ ਕਿ ਅਮਿਤ ਸ਼ਾਹ ਹੋਰਾਂ ਨਾਲ ਗੱਲਬਾਤ ਹੋਈ ਸੀ ਕਿ ਭਾਈ ਜੇਕਰ ਤੁਸੀਂ ਕੋਰਟ ਜਾਣਾ ਤਾਂ ਅਸੀਂ ਕੋਰਟ ਵਾਲੇ ਵਿੱਚ ਪਾ ਦਿੰਦੇ ਹਾਂ, ਜੇ ਤੁਸੀਂ ਕਹਿੰਦੇ ਹੋ ਕਿ ਅੰਦਰ ਵੀ ਖਰੀਦ ਹੋਵੇ ਬਾਹਰ ਵੀ ਖਰੀਦ ਹੋਵੇ ਅਸੀਂ ਉਹ ਵੀ ਕਰ ਦਿੰਦੇ ਹਾਂ।
ਕਿਸਾਨ ਆਗੂ ਇਸ ਤੇ ਦਲੀਲ ਦਿੰਦੇ ਨੇ, ਕਹਿੰਦੇ ਕਿ ਭਾਈ ਜੇਕਰ ਤੁਸੀਂ ਇੰਨੀਆਂ ਸੋਧਾਂ ਕਰਨ ਨੂੰ ਤਿਆਰ ਹੋ ਤਾਂ ਤੁਸੀਂ ਰੱਦ ਹੀ ਕਰ ਦਿਓ। ਉਹਨਾਂ ਦੀ ਹਰ ਗੱਲ ਨਹੀਂ ਮੰਨੀ ਜਾਣੀ। ਹਾਂ, ਗਵਰਨਰ ਨਹੀਂ ਲੱਗੇ ਹੋਏ, ਕਿਸਾਨ ਆਗੂ ਕਹਿ ਰਹੇ ਆ, ਉਹ ਦੇਸ਼ ਹਿੱਤ ਦੀ ਗੱਲ ਕਰਦੇ ਆ। ਜਾ ਕੇ ਗੜਬੜ ਕਰਤੀ ਉਹਨਾਂ ਨੇ, ਉੱਥੇ ਲਾਲ ਕਿਲੇ ਤੇ ਪਹੁੰਚ ਕੇ ਕਿਤੇ ਕੁਛ ਕਰਤਾ, ਸਾਰਾ ਕੁਝ ਵਾਇਲੇਟ ਕਰਦੇ ਆ। ਇਹ ਗੈਰ ਕਾਨੂੰਨੀ ਕੰਮ ਇਹਨਾਂ ਦੇ ਬਹੁਤੇ ਦਿਨ ਨਹੀਂ ਚੱਲਣੇ। ਜਨਤਾ ਇਹਨਾਂ ਨੂੰ ਨਕਾਰ ਦੂ, ਕਿਸਾਨ ਇਹਨਾਂ ਨੂੰ ਨਕਾਰ ਦੂ। ਮੈਂ ਅੱਜ ਵੀ ਕਹਿਣਾ, ਕਿਸਾਨ ਸਾਡੇ ਨਾਲ ਖੜਾ ਹੋਊਗਾ। ਜੇ ਵੈਸਟ ਬੰਗਾਲ 'ਚ ਕਿਸਾਨ ਸਾਨੂੰ ਵੋਟ ਕਰੂਗਾ ਤਾਂ ਹੀ ਜਿੱਤਾਂਗੇ ਨਾ, ਅਸਾਮ 'ਚ ਕਰੂਗਾ ਤਾਂ ਹੀ ਜਿੱਤਾਂਗੇ। ਇੱਦਾਂ ਹੀ ਪੰਜਾਬ ਦਾ ਕਿਸਾਨ ਵੀ ਸਾਡੇ ਨਾਲ ਖੜਾ ਹੋਊ। ਉਹਨਾਂ ਨੂੰ ਪਤਾ ਲੱਗ ਜਾਣਾ ਕਿ ਇਹ ਠੱਗ ਨੇ। ਗੱਲ ਅਸਲ 'ਚ ਆ। ਜਲਦੀ ਤੁਸੀਂ ਕਿਸਾਨਾਂ ਨੂੰ ਸਮਝਾ ਲਓਗੇ? ਸਮਝ ਜਾਣਾ ਉਹਨਾਂ ਨੇ ਆਪਣੇ ਆਪ ਹੀ। ਦੇਖੋ, ਗੁਰੂ ਨਾਨਕ ਨੇ ਕੀ ਕਿਹਾ? ਨਾਨਕ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਅਸੀਂ ਸੱਚ ਦੇ ਰਾਹ 'ਤੇ ਹਾਂ, ਇਹ ਨੇ ਝੂਠੇ। ਇਹਨਾਂ ਦੇ ਨਾਲ ਬਹੁਤੇ ਦਿਨ ਨਹੀਂ ਰਹਿਣਾ। ਜਨਤਾ ਹੀ ਰੱਬ ਦਾ ਰੂਪ ਹੁੰਦੀ ਹੈ, ਕਿਸਾਨ ਹੀ ਰੱਬ ਦਾ ਰੂਪ ਹੈ। ਹੁਣ ਤਾਂ ਕਿਸਾਨ ਕਹਿੰਦੇ ਕਿ ਅਸੀਂ ਸੰਸਦ ਵੱਲ ਕੂਚ ਕਰਾਂਗੇ ਜੀ, ਪੈਦਲ ਮਾਰਚ ਕੱਟਾਂਗੇ। ਦੇਖੋ, ਸ਼ਾਂਤਮਈ ਤਰੀਕੇ ਨਾਲ ਕੋਈ ਵੀ ਕਿਤੇ ਅੰਦੋਲਨ ਕਰ ਸਕਦਾ, ਸਭ ਨੂੰ ਅਧਿਕਾਰ ਆ। ਚਾਹੇ 10 ਸਾਲ ਅੰਦੋਲਨ ਕਰਦਾ ਰਹੇ, ਲੋਕ ਬੈਠੇ ਰਹਿੰਦੇ ਜੰਤਰ ਮੰਤਰ 'ਤੇ ਵੀ ਜਾ ਕੇ, ਜੋ ਕਰਨਾ ਕਰ ਲੈਣ। ਇਹਨਾਂ ਦੀ ਕਿਸੇ ਗੱਲ ਤੋਂ ਅਸੀਂ ਹੁਣ ਘਬਰਾਉਂਦੇ ਨਹੀਂ ਹੈਗੇ। ਠੀਕ ਹੈ, ਆਖਰ ਅਸੀਂ ਕਿਸਾਨ ਨਾਲ ਸਿੱਧੀ ਗੱਲਬਾਤ ਕਰਕੇ ਆਪਣੀ ਗੱਲ ਨਿਪਟਾਵਾਂਗੇ। ਜੇ ਮਤਲਬ ਤੁਸੀਂ ਕਿਹਾ ਕਿ ਜੇ 10 ਸਾਲ ਵੀ ਬੈਠੇ ਰਹਿਣ ਤਾਂ ਮਨਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਗਰੇਵਾਲ ਸਾਹਿਬ? ਇਹ ਤਾਂ ਕਹਿੰਦੇ ਆ ਕਿ ਸਾਨੂੰ ਸਰਕਾਰ ਪੂਰੀ ਹੋਣ ਤੱਕ ਵੀ ਅਸੀਂ ਬੈਠੇ ਰਹੇ ਤਾਂ ਵੀ ਅਸੀਂ ਬੈਠੇ ਰਵਾਂਗੇ। ਬੈਠੇ ਰਹਿਣ, ਸਾਨੂੰ ਕੀ ਹਰਜ? ਮਨਾਉਣਾ ਨਹੀਂ ਇਹਨਾਂ ਨੇ। ਗੱਲਾਂ ਹੀ ਮੰਨਣੀਆਂ ਹੁੰਦੀਆਂ ਨੇ। ਉਹ ਮੰਨ ਲਈਆਂ ਸਾਰੀਆਂ ਜਿਹੜੀਆਂ ਕਿਸਾਨ ਦੀਆਂ ਜਾਇਜ਼ ਗੱਲਾਂ ਸੀ। ਜਿਹੜੀਆਂ ਜਾਇਜ਼ ਹੋਰ ਹੋਣਗੀਆਂ, ਤਰਕ ਸੰਗਤ ਹੋਣਗੀਆਂ, ਉਹਨਾਂ ਨੂੰ ਹੀ ਮੰਨਾਂਗੇ। ਜੇ ਐਵੇਂ ਹੀ ਝੂਠੀਆਂ ਗੱਲਾਂ ਕਰਦੇ ਰਹਿਣਗੇ, ਜਿੱਦਾਂ ਹੁਣ BSF ਨੇ ਬਾਰਡਰ 'ਤੇ ਫੜ ਲਏ, ਕੱਲ੍ਹ ਨੂੰ ਨਸ਼ੇ ਫੜ ਲੈਣੇ ਆ, ਪਰਸੋਂ ਨੂੰ ਕੁਝ ਹੋਰ ਫੜ ਲੈਣਾ, ਹੋਮ ਮਿਨਿਸਟਰੀ ਲੈਟਰ ਲਿਖ ਦਊਗੀ, ਇਹ ਸਾਡੇ ਪਿੱਛੇ ਖੜੇ ਹੋਣਗੇ। ਇਹ ਤਾਂ ਕਿਸਾਨਾਂ ਨਾਲ ਟਾਈਮਿੰਗ ਠੀਕ ਨਹੀਂ ਜੀ, ਕਿਸਾਨਾਂ ਨਾਲ ਠੀਕ ਨਹੀਂ ਹੈ। ਉਹ ਤਾਂ ਕਹਿੰਦੇ ਪਏ ਇਲਜ਼ਾਮ ਲਾਉਂਦੇ ਪਏ ਆ। ਅਰੇ ਇਹਨਾਂ ਦੇ ਇਲਜ਼ਾਮਾਂ ਨੂੰ ਕੌਣ ਪੁੱਛਦਾ? ਝੂਠੇ ਬੰਦੇ ਆ, ਮਕਾਰ ਬੰਦੇ ਆ ਇਹ। ਇਹਨਾਂ ਨੂੰ ਕੌਣ ਪੁੱਛਦਾ? ਲੀਡਰਾਂ ਨੂੰ। ਅਸੀਂ ਤਾਂ ਕਿਸਾਨ ਦੀ ਰਿਸਪੈਕਟ ਕਰਦੇ ਹਾਂ। ਉਹ ਜਿਹੜਾ ਕਿਸਾਨ ਸੜਕਾਂ 'ਤੇ ਬੈਠਾ ਜੈਨੂਨ ਕਿਸਾਨ ਆ, ਉਹਨਾਂ ਦੀ ਇੱਜ਼ਤ ਕਰਦੇ ਹੋਏ ਅਸੀਂ ਇਹ ਗੱਲਾਂ ਮੰਨਣ ਨੂੰ ਤਿਆਰ ਹਾਂ। ਕੋਈ ਇਹਨਾਂ ਤੋਂ ਡਰ ਕੇ ਨਹੀਂ ਮੰਨਦੇ ਅਸੀਂ। ਇਹ ਤਾਂ ਹਮਲੇ ਕਰਾਉਂਦੇ ਆ। ਜਗਜੀਤ ਸਿੰਘ ਡੱਲੇਵਾਲ ਦੇ ਉਹ ਸਿੱਧੂਪੁਰ ਵਾਲਿਆਂ ਨੇ ਸਾਡੇ MLA 'ਤੇ ਉੱਥੇ ਹਮਲਾ ਕੀਤਾ। ਉਸ ਤੋਂ ਬਾਅਦ ਮੈਨੂੰ ਧਮਕੀਆਂ ਦੇ ਰਹੇ ਨੇ। ਇਹ ਗੁੰਡਾਗਰਦੀ ਹੈ ਕੋਈ? ਡੱਲੇਵਾਲ ਦੀ ਯੂਨੀਅਨ ਹੋ ਰਹੇ ਨੇ ਤੁਹਾਡੇ ਤੇ ਹਮਲਾ। ਹੋਰ ਕੀ ਹੈ? ਇਹ ਕੋਈ ਗੁੰਡਾਗਰਦੀ ਹੈ? ਇਹ ਗੁੰਡਾਗਰਦੀ ਇੱਦਾਂ ਨਹੀਂ ਚੱਲਣੀ। ਕੋਈ ਨਾ, ਹੁਣ ਗਰੇਵਾਲ ਸਾਹਿਬ ਸਿਆਸੀ ਗਲਿਆਰੇ 'ਚ ਤਾਂ ਇਹੀ ਚਰਚਾ ਛਿੜੀ ਹੋਈ ਆ। ਕਾਂਗਰਸੀ ਵੀ ਇਹੀ ਕਹਿੰਦੇ ਆ, ਅਕਾਲੀ ਦਲ ਦਾ ਵੀ ਬਿਆਨ ਆ ਗਿਆ, ਆਮ ਆਦਮੀ ਪਾਰਟੀ ਦਾ ਵੀ ਬਿਆਨ ਆ ਗਿਆ। ਕਹਿੰਦੇ ਕਿ ਤੁਸੀਂ ਟਾਈਮਿੰਗ ਦੇਖੋ, ਪਹਿਲਾਂ ਅਦਾਇਗੀ ਦਾ ਚੱਕਰ ਪਾਇਆ, ਫਿਰ ਉਸ ਤੋਂ ਬਾਅਦ ਹੁਣ ਇਹ ਕਿਸਾਨ ਤੇ ਮਜ਼ਦੂਰ ਦੇ ਵਿਚਾਲੇ ਫਿੱਕ ਪਾਉਣਾ ਚਾਹੁੰਦੇ ਆ। ਇਸ ਤਰ੍ਹਾਂ ਇੱਕ ਚੀਜ਼ ਮੇਰੀ ਧਿਆਨ ਨਾਲ ਸੁਣ ਲਓ ਕਿ ਇਹ ਸਭ ਤੋਂ ਬੁਰੀ ਗੱਲ ਕੀ ਆ। ਇਹ ਲੋਕ ਕਿਸਾਨ ਦੇ ਮੋਢੇ 'ਤੇ ਰੱਖ ਕੇ, ਚਾਹੇ ਆਮ ਆਦਮੀ ਆ, ਚਾਹੇ ਅਕਾਲੀ ਦਲ ਆ, ਚਾਹੇ ਕਾਂਗਰਸ ਆ, ਇਹ ਕਿਸਾਨ ਦੇ ਮੋਢੇ 'ਤੇ ਰੱਖ ਕੇ ਇਹਨਾਂ ਨੂੰ ਕੋਈ ਮੋਢਾ ਨਹੀਂ ਸੀ ਮਿਲ ਰਿਹਾ। ਇਹਨਾਂ ਨੂੰ ਕੋਈ ਨਹੀਂ ਸੀ ਪੁੱਛਦਾ। ਨਕਾਰਤੇ ਸੀ ਦੇਸ਼ ਦੇ ਵੋਟਰਾਂ ਨੇ, ਅਤੇ ਇਹਨਾਂ ਨੂੰ ਹੁਣ ਉਹ ਮੋਢਾ ਲੱਭ ਗਿਆ। ਨਾਲ ਆਹ ਕਮਿਊਨਿਸਟਾਂ ਨੂੰ, ਚੰਦ ਜਿਹੜੇ ਕਿਸਾਨ ਲੀਡਰ ਕਮਿਊਨਿਸਟ ਵਿਚਾਰਧਾਰਾ ਦੇ, ਇਹ ਜਿਹੜੇ ਆ, ਇਹ ਹੁਣ ਮੋਦੀ ਜੀ ਦਾ ਚਿਹਰਾ ਖਰਾਬ ਕਰਨ ਤੇ ਕੇਂਦਰ ਸਰਕਾਰ ਦਾ ਚਿਹਰਾ ਖਰਾਬ ਕਰਨ ਤੇ BJP ਦੇ ਖਿਲਾਫ ਲੱਗੇ ਹੋਏ ਆ। ਪਰ ਸਾਡੇ ਤੇ ਇਹਨਾਂ ਦਾ ਕੋਈ ਅਸਰ ਨਹੀਂ ਹੈ। ਅਸੀਂ ਲੋਕਾਂ ਨੂੰ ਸਮਝਾ ਲਾਂਗੇ। ਮੇਰਾ ਆਖਰੀ ਸਵਾਲ ਗਰੇਵਾਲ ਸਾਹਿਬ, 2022 ਦੀਆਂ ਚੋਣਾਂ ਦੇ ਵਿੱਚ ਕਿਸਾਨੀ ਇੱਕ ਵੱਡਾ ਮੁੱਦਾ ਰਹਿਣ ਵਾਲਾ ਹੈ ਜੀ। ਇਸੇ ਤੇ ਸਿਆਸਤ ਵੀ ਹੋਏਗੀ, ਕਈ ਸਿਆਸੀ ਪਾਰਟੀਆਂ ਆਪਣੀਆਂ ਰੋਟੀਆਂ ਵੀ ਸੇਕਣਗੀਆਂ। ਤੁਸੀਂ ਵੀ ਇਸ ਵਾਰ ਇਕੱਲੇ ਚੋਣ ਲੜ ਰਹੇ ਹੋ, ਲੱਗਦਾ ਹੈ ਕਿ ਕਿਸਾਨ ਨੂੰ ਆਪਣੇ ਹੱਕ ਦੇ ਵਿੱਚ ਕਰ ਪਾਓਗੇ ਤੁਸੀਂ? ਬਿਲਕੁਲ ਕਰਾਂਗੇ, ਬਿਲਕੁਲ ਕਰਾਂਗੇ। ਕਿਸਾਨ ਸਾਡੇ ਨਾਲ ਖੜਾ ਹੋਵੇ। ਭਰੋਸਾ ਤੁਹਾਨੂੰ? ਬਿਲਕੁਲ ਭਰੋਸਾ। ਇਹ ਜਿਹੜੇ ਲੀਡਰ ਆ, ਇਹ ਨਕਾਰੇ ਜਾਣਗੇ। ਇਹ ਮੈਂ ਤੁਹਾਨੂੰ ਅੱਜ ਵੀ ਕਹਿਣਾ। ਬਹੁਤ ਬਹੁਤ ਧੰਨਵਾਦ। ਸ਼ੁਕਰੀਆ। ਤਾਂ ਇਹ ਸੀ ਹਰਜੀਤ ਗਰੇਵਾਲ, ਜਿਨ੍ਹਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਰੂਟੀਨ ਚੈਕਿੰਗ ਦੇ ਵਿੱਚ ਇਹ ਸਾਰੇ ਮਾਮਲੇ ਆਉਂਦੇ ਰਹਿੰਦੇ ਨੇ। ਜਦੋਂ ਡਰੱਗਸ BSF ਫੜਦੀ ਹੈ ਤੇ ਉਸ ਦੀ ਰਿਪੋਰਟ ਕੇਂਦਰ ਨੂੰ ਭੇਜੀ ਸੀ ਤੇ ਉਹ ਸਾਰਾ ਮਾਮਲਾ ਅੱਗੇ ਮੁੱਖ ਸਕੱਤਰ ਨੂੰ ਤੇ DGP ਪੰਜਾਬ ਨੂੰ ਲਿਖਿਆ ਗਿਆ, ਉਹਨਾਂ ਦੇ ਧਿਆਨ 'ਚ ਲਿਆਇਆ ਗਿਆ ਕਿ ਇਸ ਨੂੰ ਸੰਜੀਦਗੀ ਦੇ ਤੌਰ ਤੇ ਲਿਆ ਜਾਵੇ। ਪਰ ਦੂਜੇ ਪਾਸੇ ਸਿਆਸੀ ਪਾਰਟੀਆਂ ਇਲਜ਼ਾਮ ਲਗਾ ਰਹੀਆਂ ਨੇ ਕਿ ਕਿਸਾਨਾਂ ਅਤੇ ਮਜ਼ਦੂਰਾਂ ਦੇ ਵਿੱਚ ਜੋ ਹੈ ਇੱਕ ਵਾਰ ਫਿੱਕ ਪਾਉਣ ਦੀ ਫਿਰ ਕੇਂਦਰ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਹੈ। ਤਾਂ ਬਾਕੀ ਹੋਰ ਤਾਜ਼ੀਆਂ ਤੇ ਵੱਡੀਆਂ ਖਬਰਾਂ ਲਈ ਤੁਸੀਂ ਦੇਖਦੇ ਹੋ ਪ੍ਰਾਈਮ ਏਸ਼ੀਆ TV। ਕੈਮਰਾਮੈਨ ਸੰਜੋਤ ਦੇ ਨਾਲ ਮੈਂ ਅਮਿਤ ਕੁਮਾਰ, ਧੰਨਵਾਦ।